किसान वीरों ते भैणों जय हिंद लैके हाज़र हाँ तुहाडा पसंदीदा प्रोग्राम मेरा पिंड मेरे खेत। जिवें ये तां तुसीं सारे जाणदे ही हो कि इस प्रोग्राम 'च असीं वख-वख विषयां दे वख-वख माहरां नूं बुलाउंदे रहीदा ते अज जिहड़े माहर साडे कोल तेजपाल जी, वाह जी वाह, लंघिया लंघिया चौहान साहब आ गए जी, आ गए। जय हिंद जी चौहान साहब। जय हिंद, जय हिंद साहब, जय हिंद। आ गए नाल ही हैं। बिल्कुल, बैठो जी, बैठो नाल ही आए जी। हाँ तुसीं बैठो चौहान साहब, बैठो। हैं आ तां काम वधिया कीता तुसीं, बह गए जी। हैं नाल ही आ गए फिर। ਉਹ ਫਿਰ ਇਦਾਂ ਜੀ ਦੇਖੋ ਇੰਜੀਨੀਅਰ ਸਾਹਿਬ ਆ ਗਏ ਸੀਗੇ अच्छा ਤੇ ਪਿੰਡ ਚ ਆਂਦੇ ਸੀ ਆ ਤੇ ਮੈਂ ਕਿਹਾ ਚਲੋ ਮੈਂ ਵੀ ਨਾਲ ਹੀ ਚੱਲਦਾ ਬੈਠ ਕੇ ਹਾਂ ਨਹੀਂ ਤੁਹਾਡੇ। ਚਲੋ ਚੰਗੀ ਗੱਲ ਆ, ਨਾਲੇ ਜਾਣ ਪਛਾਣ ਹੋਣ ਦਾ ਇਹੀ ਫਾਇਦਾ ਹੈ। ਬਿਲਕੁਲ ਜੀ, ਹੈਂ? ਬਿਲਕੁਲ ਬਿਲਕੁਲ। ਤੁਸੀਂ ਨਾਲ ਹੀ ਲੈ ਆਂਦੇ ਆ। ਹਾਂਜੀ, ਹੁਣ ਇਦਾਂ ਆ ਗੱਲ ਵੀ ਮੈਂ ਤੇ ਇਹਨਾਂ ਨੂੰ ਕਈ ਵਾਰ ਮਿਲਿਆ, ਅੱਛਾ ਜਾਣਦਾ ਵੀ ਆ, ਅੱਛਾ ਅੱਛਾ। ਪਰ ਜਾਣ ਪਛਾਣ ਤੇ ਜ਼ਰੂਰ ਕਰਾਉਣੀ ਆ ਨਾ। ਬਹੁਤ ਜ਼ਰੂਰੀ ਹੈ ਜੀ ਤੁਹਾਡੇ ਨਾਲ ਜਾਣ ਪਛਾਣ ਕਰਾਉਣਾ ਮੈਂ। ਜੀ। ਇਹ ਨੇ ਇੰਜੀਨੀਅਰ ਅਮਨਪ੍ਰੀਤ ਸਿੰਘ ਕਈ ਜੀ, ਜੀ ਜਿਹੜੇ ਖੇਤੀਬਾੜੀ ਇੰਜੀਨੀਅਰ ਨੇ। ਆ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਨਾ ਜਿਹੜਾ ਪੰਜਾਬ ਦਾ, ਜੀ ਜੀ ਉਹਦੇ ਵਿੱਚ ਲੁਧਿਆਣੇ ਆਪਣੀ ਸੇਵਾ ਨਿਭਾ ਰਹੇ ਆ। ਲੁਧਿਆਣੇ। ਠੀਕ ਆ ਜੀ, ਠੀਕ ਆ ਕਈ ਸਾਹਿਬ ਜੀ ਆਇਆਂ ਨੂੰ। ਹੈ ਧੰਨਵਾਦ, ਜਾਣਕਾਰੀ ਲੈਣੀ ਤੁਹਾਤੋਂ। ਬਿਲਕੁਲ ਜੀ, ਪੂਰੀ। ਬਿਲਕੁਲ ਬਿਲਕੁਲ ਜੀ, ਹੈਂ? ਬਿਲਕੁਲ। ਆਪਾਂ ਮੈਨੂੰ ਇੰਨਾ ਪਤਾ ਵੀ ਤੁਹਾਡਾ ਖਜ਼ਾਨਾ ਬੜਾ ਭਰਪੂਰ ਹੈ, ਅੱਜ ਅਸੀਂ ਸਾਰਾ ਹੀ ਲੁੱਟਣਾ। ਬਿਲਕੁਲ ਜੀ, ਬਿਲਕੁਲ। ਅਸੀਂ ਲਟਾਉਣ ਨੂੰ ਬੈਠੇ ਆ ਜੀ। ਲਓ ਜੀ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਦੇ ਆ ਜੀ, ਅੱਛਾ, ਤੁਹਾਡੇ ਨਾਲ ਇੱਕ ਮੈਂ ਗੱਲ ਕਰਨੀ ਸੀ। ਕਰੋ, ਦੋ ਕਰੋ, ਇੱਕ ਕਿਉਂ? ਅੱਜ ਹਲੇ ਹਾੜ ਚੜਿਆ ਹਾਂ, ਹੈ ਤੇ ਤੁਸੀਂ ਸੌਣ ਵਾਲਾ ਮਾਹੌਲ ਜਿਹੜਾ ਉਹ ਪਹਿਲੇ ਬਣਾ ਲਿਆ। ਮੈਨੂੰ ਪਤਾ ਲੱਗਾ ਵੀ ਤੁਸੀਂ ਮਾਲ ਪੂੜੇ ਖਾਈ ਜਾਂਦੇ ਸੀ। ਮੈਂ ਹੁਣ ਸਮਝ ਗਿਆ ਤੁਸੀਂ ਕਿੱਥੋਂ ਬੋਲਦੇ ਹੋ। ਹਾਂ ਉਹ ਗੱਲ ਇਹ ਸੀ ਜੀ, ਦੇਖੋ ਆਪਣਾ ਉਹ ਜਿਹੜਾ ਮੱਗਰ ਨਹੀਂ ਆ, ਆਹ ਉਹਨੇ ਨਾ ਮਿਲਟਸ ਉਗਾਏ ਆ ਥੋੜੇ ਆਪਣੇ ਖੇਤਾਂ 'ਚ, ਮੋਟੇ ਅਨਾਜ, ਮੂਲ ਅਨਾਜ। ਜੀ 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 ਉਹ ਕਹਿੰਦਾ ਸੀ ਮੈਂ ਨਾ ਯਾਰ ਅੱਜ ਮਾਲ ਪੂੜੇ ਬਣਾਉਂਗਾ ਤੇ ਟਿੱਕੀਆਂ ਬਣਾਉਂਗਾ, ਤੁਸੀਂ ਆਇਓ ਇੱਕ ਵਾਰੀ ਟੇਸਟ ਕਰਕੇ ਦੇਖੋ। ਅੱਛਾ ਤੇ ਮੈਂ ਫਿਰ ਚਲਾ ਗਿਆ ਜੀ। ਆਹ ਉਹ ਤਾਂ ਕਮਾਲ ਹੀ ਹੋ ਗਈ ਜੀ। ਹਾਂ ਤੇ ਉਹਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਇਹ ਕਾਹਦੇ ਬਣੇ ਆ। ਅੱਛਾ ਜਦੋਂ ਮੈਂ ਖਾ ਲਏ ਨਾ, ਜਦੋਂ ਮੈਂ ਉਹਨੂੰ ਕਿਹਾ ਲੈ ਵੀ ਕਿਆ ਬਾਤ ਸੀ, ਬਹੁਤ ਵਧੀਆ ਬਹੁਤ ਵਧੀਆ, ਜੀ ਉਹ ਬਾਅਦ ਚ ਉਹਨੇ ਦੱਸਿਆ ਕਹਿੰਦਾ ਕੋਦਰੇ ਦਾ ਆਟਾ ਸੀ ਸਾਰਾ ਹੀ। ਵਾਹ ਜੀ ਵਾਹ ਵਾਹ ਕਹਿੰਦਾ ਜੀ। ਉੱਤੋਂ ਬਣੀਆਂ ਚੀਜ਼ਾਂ ਨੇ ਇਹ। ਆ ਦੇਖੋ ਡਾਕਟਰ ਸਾਹਿਬ, ਸਾਰਿਆਂ ਤੋਂ ਵੱਡੀ ਗੱਲ ਆ ਸਾਡੇ ਜਾਗਰੂਕ ਹੋਣ ਦਾ ਇਹ ਫਾਇਦਾ ਹੈ। ਹਾਂ, ਸਮੇਂ ਦੇ ਨਾਲ ਦੇਖੋ ਅਸੀਂ ਪਿਛਲੇ ਸਮੇਂ 'ਚ ਨਾ ਜਿਹੜੇ ਮੂਲ ਅਨਾਜ ਸੀਗੇ ਜਾਂ ਇਹ ਸਾਡਾ ਜਿਹੜਾ ਅਸਲ ਦੇ ਵਿੱਚ ਸਾਡਾ ਸਾਦਾ ਭੋਜਨ ਜਿਹੜਾ ਸੀਗਾ, ਅਸੀਂ ਉਹ ਛੱਡ ਕੇ ਹੋਰ ਹੀ ਤਰ੍ਹਾਂ ਦਾ ਭੋਜਨ ਅਪਣਾਉਣ ਦੀ ਕੋਸ਼ਿਸ਼ ਕਰ ਲਈ। ਬਿਲਕੁਲ ਬਿਲਕੁਲ। ਹਾਂ, ਅਪਣਾ ਵੀ ਲਿਆ। ਹਾਂਜੀ। ਹੁਣ ਅੱਜ ਕੱਲ ਕਿਤੇ ਨਿਆਣਿਆਂ ਨਾਲ ਆਪਾਂ ਗੱਲ ਕਰੀਏ, ਆ ਜਾਂ ਤੈਨੂੰ ਕੋਦਰਾ ਖਿਲਾਵਾਂ, ਉਹਨਾਂ ਨੂੰ ਇਹੀ ਨਹੀਂ ਪਤਾ ਬਾਜਰੇ ਦੀ ਰੋਟੀ ਗੱਲ ਵੀ ਇਹ ਆ ਜੀ, ਬਣਦੀ ਹੈ। ਦੇਖੋ ਆਪਾਂ ਨੂੰ ਇੱਧਰ ਨੂੰ ਮੁੜਨਾ ਤਾਂ ਪੈਣਾ, ਬਿਲਕੁਲ। ਅੱਜ ਨਹੀਂ ਕੱਲ ਨੂੰ। ਆਹ ਥੋੜੇ ਥੋੜੇ ਆਪਾਂ ਇਹਨਾਂ ਨੂੰ ਜ਼ਰੂਰ ਆਪਣੇ ਖੇਤਾਂ ਦੇ ਵਿੱਚ ਲਾਈਏ ਮੂਲ ਅਨਾਜਾਂ ਨੂੰ। ਜੀ ਤੇ ਜੇ ਬੱਚਿਆਂ ਨੂੰ ਆਪਾਂ ਪਹਿਲਾਂ ਗੇਜ ਪਾ ਲਈਏ, ਆਹ। ਕਣਕ ਦੇ ਆਟੇ 'ਚ ਥੋੜਾ ਜਿਹਾ ਮਿਕਸ ਕਰ ਲਈਏ ਇਹਨੂੰ, ਹਨਾ, ਬਿਲਕੁਲ। ਥੋੜਾ ਥੋੜਾ ਫੇਰ ਇਹਨੂੰ ਵਧਾਉਂਦੇ ਜਾਈਏ ਇਹਦੀ ਮਾਤਰਾ, ਆਹ ਤੇ ਆਪਣੇ ਆਪ ਹੀ ਆਦਤ ਪੈ ਜਾਣੀ ਆ। ਦੇਖੋ ਚੌਹਾਨ ਸਾਹਿਬ, ਇਹ ਜਿਹੜੀਆਂ ਚੀਜ਼ਾਂ ਆ ਨਾ ਇਹ ਬਹੁਤ ਜ਼ਰੂਰੀ ਆ। ਹਾਂ, ਹੈਂ? ਬਹੁਤ ਜਦੋਂ ਕਹਿੰਦੇ ਤੁਸੀਂ ਬਰੀਕ ਅਨਾਜ ਖਾਂਦੇ ਆ ਨਾ, ਉਦੋਂ ਤੁਸੀਂ ਮੋਟੇ ਹੁੰਨੇ ਆ। ਜਦੋਂ ਤੁਸੀਂ ਮੋਟਾ ਅਨਾਜ ਖਾਂਦੇ ਆ ਕਹਿੰਦੇ ਤੁਸੀਂ ਪਤਲੇ ਹੁੰਨੇ ਆ। ਤੇ ਹੁਣ ਭਾਈ ਆਪਾਂ ਪਤਲੇ ਹੋਈਏ, ਆਹ ਗੱਲ ਹੀ ਸਿਹਤ ਬਹੁਤ ਵੀ ਵਧੀਆ ਚੰਗੀ ਕੀਤੀ ਰੱਖੀਏ। ਤੁਸੀਂ, ਗੱਲ ਹੀ ਬਹੁਤ ਵਧੀਆ ਕੀਤੀ। ਤੇ ਇਹਦੇ ਨਾਲ ਆਪਣੇ ਮੰਡੀਆਂ ਦੇ ਭਾਅ ਆਏ ਆ। ਆਏ ਆ ਲੱਗਦਾ, ਮੈਨੂੰ ਲੱਗਦਾ ਤੁਹਾਡੇ ਕੋਲ। ਪਹੁੰਚ ਗਏ ਕਿ ਸੁਣਾਓ ਫਿਰ। ਅੱਜ ਮੰਡੀਆਂ ਦੇ ਭਾਅ ਜਿਹੜੇ ਰਹੇ ਜੀ ਉਹ ਇਦਾਂ ਰਹੇ ਆ। ਆਲੂ ਜਲੰਧਰ ਵਿਕਿਆ 460 ਰੁਪਏ ਕੁਇੰਟਲ, ਮਾਨਸਾ 700 ਰੁਪਏ ਜੀ, ਬਠਿੰਡਾ 850 ਰੁਪਏ, ਲੁਧਿਆਣਾ 800 ਰੁਪਏ ਫੀ ਕੁਇੰਟਲ, ਪਟਿਆਲਾ 1200 ਰੁਪਏ ਤੇ ਖੰਨਾ ਆਲੂ ਅੱਜ ਵਿਕਿਆ ਜੀ 400 ਰੁਪਏ ਫੀ ਕੁਇੰਟਲ। ਪਿਆਜ਼ ਆ ਗਿਆ ਜੀ ਅੱਗੇ ਜਲੰਧਰ 600 ਰੁਪਏ ਕੁਇੰਟਲ ਜੀ, 1150 ਰੁਪਏ ਮਾਨਸਾ, ਅੱਛਾ 1350 ਰੁਪਏ ਬਠਿੰਡਾ ਪਿਆਜ਼ ਦਾ ਰੇਟ ਰਿਹਾ ਜੀ, ਲੁਧਿਆਣਾ 900 ਰੁਪਏ ਜੀ, ਜੀ। ਪਟਿਆਲਾ 1700 ਰੁਪਏ ਨੂੰ ਪਿਆਜ਼ ਵਿਕਿਆ ਅੱਜ ਤੇ ਖੰਨਾ 800 ਰੁਪਏ ਫੀ ਕੁਇੰਟਲ ਪਿਆਜ਼ ਦਾ ਅੱਜ ਰੇਟ ਰਿਹਾ ਜੀ। ਜੀ, ਟਮਾਟਰ ਜਲੰਧਰ 300 ਰੁਪਏ ਕੁਇੰਟਲ ਜੀ, ਅੱਛਾ ਜੀ, ਮਾਨਸਾ 1500 ਤੇ ਬਠਿੰਡਾ 3000 ਤੇ 750 ਰੁਪਏ ਕੁਇੰਟਲ। ਅੱਛਾ ਜੀ, ਲੈ ਗਏ ਨੰਬਰ। ਬਹੁਤ ਵਧੀਆ। ਹੈਂ? ਲੁਧਿਆਣਾ 600 ਰੁਪਏ ਕੁਇੰਟਲ ਜੀ ਟਮਾਟਰ, ਪਟਿਆਲਾ 1100 ਤੇ ਖੰਨਾ 1300 ਰੁਪਏ ਫੀ ਕੁਇੰਟਲ ਅੱਜ ਟਮਾਟਰ ਦਾ ਰੇਟ ਰਿਹਾ ਜੀ। ਜੀ, ਬੈਂਗਣ ਜਿਹੜਾ ਅੱਜ ਵਿਕਿਆ ਜੀ ਉਹ ਇਦਾਂ ਰਿਹਾ ਵੀ ਜਲੰਧਰ 600 ਰੁਪਏ ਕੁਇੰਟਲ, ਮਾਨਸਾ 900 ਰੁਪਏ, ਬਠਿੰਡਾ ਵੀ 900 ਰੁਪਏ, ਲੁਧਿਆਣਾ 600 ਰੁਪਏ, ਪਟਿਆਲਾ 1600 ਰੁਪਏ ਕੁਇੰਟਲ ਤੇ ਖੰਨਾ 300 ਰੁਪਏ ਕੁਇੰਟਲ ਬੈਂਗਣ ਦਾ ਭਾਅ ਰਿਹਾ ਜੀ। ਅੱਛਾ ਜੀ। ਅੱਗੇ ਆ ਗਿਆ ਜੀ ਘੀਆ 600 ਰੁਪਏ ਵਿਕਿਆ ਜਲੰਧਰ,
700 ਰੁਪਏ ਮਾਨਸਾ, ਜੀ ਬਠਿੰਡਾ 900 ਰੁਪਏ, ਲੁਧਿਆਣਾ 700 ਰੁਪਏ ਫੀ ਕੁਆਂਟਲ, ਪਟਿਆਲਾ 1200 ਰੁਪਏ ਕੁਆਂਟਲ, ਤੇ ਘੀਏ ਦਾ ਜਿਹੜਾ ਰੇਟ ਖੰਨਾ ਰਿਹਾ ਜੀ ਉਹ ਰਿਹਾ 800 ਰੁਪਏ ਤੇ ਫੀ ਕੁਆਂਟਲ। ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾ। ਜੀ ਠੀਕ ਹੈ ਜੀ। ਹੁਣ ਇੰਜੀਨੀਅਰ ਸਾਹਿਬ ਆਏ ਆਪਣੇ ਕੋਲ, ਆਪਾਂ ਜੀ ਬਿਲਕੁਲ ਇਹਨਾਂ ਤੋਂ ਵੱਲ ਜਾਣਕਾਰੀ ਆਈਏ ਲਈਏ। ਹੁਣ, ਹਨਾ? ਹਾਂ ਤੁਹਾਡੇ ਨਾਲ ਅੱਜ ਅਸੀਂ ਇੰਜੀਨੀਅਰ ਸਾਹਿਬ ਜਿਹੜੀ ਗੱਲ ਕਰਨੀ ਆ ਨਾ, ਹਾਂਜੀ ਉਹ ਵਿਸ਼ਾ ਹੈਗਾ ਸਾਡਾ ਖੇਤੀ ਮਸ਼ੀਨਰੀ ਦੀ ਵਰਤੋਂ ਹਾਂਜੀ ਤੇ ਸਹੂਲਤਾਂ। ਬਿਲਕੁਲ ਠੀਕ ਇਸ ਵਿਸ਼ੇ ਤੇ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ। ਕਿਸਾਨ ਵੀਰੋ ਤੇ ਭੈਣੋ, ਇਸ ਵਿਸ਼ੇ ਤੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋਵੋ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ। ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264। ਤੇ ਸਵਾਲ ਪੁੱਛੋ। ਇੰਜੀਨੀਅਰ ਅਮਨਪ੍ਰੀਤ ਸਿੰਘ ਹੁਣੀ ਸਾਡੇ ਕੋਲ ਬੈਠੇ ਆ, ਕਈ ਸਾਹਿਬ, ਬਿਲਕੁਲ ਜੀ, ਬਿਲਕੁਲ। ਤੇ ਜਾਣਕਾਰੀ ਇਹਨਾਂ ਕੋਲ ਭਰਪੂਰ ਆ ਤੇ ਦੱਸਣਗੇ ਸਾਰਾ ਕੁਝ। ਹਾਂਜੀ ਬਿਲਕੁਲ ਜੀ, ਬਿਲਕੁਲ। ਅੱਛਾ, ਕਈ ਸਾਹਿਬ ਜਦ ਤੇ ਚਲੋ ਕੋਈ ਕਾਲ ਆਉਂਦੀ ਆ, ਹਾਂਜੀ ਉਦੋਂ ਤੱਕ ਆਪਾਂ ਤਾਂ ਗੱਲ ਸ਼ੁਰੂ ਕਰੀਏ। ਬਿਲਕੁਲ ਗੱਲ ਸਾਰਿਆਂ ਤੋਂ ਪਹਿਲੀ ਇਹ ਆ, ਅਜੋਕਾ ਸਮਾਂ ਜਦੋਂ ਆਪਾਂ ਦੇਖਦੇ ਆ, ਮਸ਼ੀਨਾਂ ਨਾਲ ਆਪਣਾ ਵਾਹ ਪਿਆ ਹੁਣ ਤਾਂ ਕਾਫੀ ਟਾਈਮ ਹੋ ਗਿਆ ਬਿਲਕੁਲ ਜੀ। ਹੈ। ਹੁਣ ਉਹ ਜੋਗਾਂ ਵਾਲੀ ਖੇਤੀ ਤਾਂ ਰਹੀ ਨਹੀਂ, ਹੁਣ ਤਾਂ ਭਾਈ ਚੱਕ ਲੋ ਵਾਲੀ ਖੇਤੀ ਹੈ। ਬਿਲਕੁਲ ਜੀ, ਬਿਲਕੁਲ। ਹਾਂ ਤੇ ਪਰ ਨਿਤ ਨਵੇਂ ਦਿਨ ਨਵੀਆਂ ਮਸ਼ੀਨਾਂ ਆ ਜਾਂਦੀਆਂ। ਬਿਲਕੁਲ ਕਿਹੜੀਆਂ ਮਸ਼ੀਨਾਂ ਆ ਜਿਹੜੀਆਂ ਅੱਜ ਕੱਲ ਆਪਣੇ ਚੱਲਦੀਆਂ ਜ਼ਿਆਦਾ, ਬਿਲਕੁਲ। ਉਹਨਾਂ ਬਾਰੇ ਸਾਨੂੰ ਪਹਿਲਾਂ ਤਾਂ ਦੱਸੋ। ਹਾਂ, ਇਹ ਦੇਖੋ ਜੀ ਤੇਜਪਾਲ ਜੀ, ਗੱਲ ਇਹ ਹੈ ਕਿ ਸਮੇਂ ਦੇ ਨਾਲ ਜਦੋਂ ਸਮਾਂ ਅੱਗੇ ਵੱਧਦਾ ਜਾਂਦਾ ਤਾਂ ਮਸ਼ੀਨਾਂ, ਕੋਈ ਵੀ ਤਕਨੀਕ ਆ ਉਹ ਨਵੀਆਂ ਆਉਂਦੀਆਂ ਰਹਿੰਦੀਆਂ। ਆਉਂਦੀਆਂ ਨਹੀਂ ਤੇ ਸਾਡੀ, ਜੇ ਅਸੀਂ ਨਵੀਆਂ ਤਕਨੀਕਾਂ ਦੇ ਨਾਲ ਜੁੜ ਕੇ ਚੱਲਾਂਗੇ ਹਾਂਜੀ ਤਾਂ ਸਾਨੂੰ ਉਹ ਤਕਨੀਕਾਂ ਫਾਇਦਾ ਕਰਨਗੀਆਂ। ਬਿਲਕੁਲ। ਜਿੱਦਾਂ ਮੈਂ ਹੁਣ ਗੱਲ ਕਰਦਾ, ਤੁਸੀਂ ਮਸ਼ੀਨਾਂ ਦੀ ਗੱਲ ਕੀਤੀ ਹੈ, ਹਾਂਜੀ ਹਾਂਜੀ ਤਾਂ ਮਸ਼ੀਨਾਂ ਇਸ ਵੇਲੇ ਹੈ ਕਿ ਝੋਨਾ, ਜਿਸ ਤਰ੍ਹਾਂ ਆਪਣਾ ਇਸ ਵੇਲੇ ਸੀਜ਼ਨ ਚੱਲਦਾ, ਬਿਲਕੁਲ। ਝੋਨੇ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਮਸ਼ੀਨਾਂ ਦੇ ਨਾਲ ਨਹੀਂ ਸੀਗੀਆਂ ਸਾਡੇ ਕੋਲੇ ਕੋਈ, ਤਾਂ ਆਪਾਂ ਕੀ ਸੀਗੇ, ਸਾਡੇ ਕੋਲੇ ਜਿਹੜੇ ਲੇਬਰ ਹੁੰਦੀ ਆ, ਜਿਹੜੀ ਸਾਡੇ ਪਿੰਡ ਦੇ ਵਿੱਚ ਮਜ਼ਦੂਰ ਹੁੰਦੇ ਆ, ਅਸੀਂ ਉਹਨਾਂ ਨਾਲ ਰਲ ਮਿਲ ਕੇ ਝੋਨਾ ਜਿਹੜਾ ਆਪ ਹੱਥਾਂ ਨਾਲ ਲਾਉਂਦੇ ਸੀ। ਹੱਥਾਂ ਨਾਲ ਲਾਉਂਦੇ। ਪਰ ਉਹੀ ਹੁਣ ਅਸੀਂ ਤਕਨੀਕਾਂ ਦੇ, ਜਦੋਂ ਅਸੀਂ ਤਕਨੀਕ ਦੇ ਨਾਲ ਜੁੜ ਜਾਾਂਗੇ ਤਾਂ ਅਸੀਂ ਖੇਤੀਬਾੜੀ ਯੂਨੀਵਰਸਿਟੀ ਤੇ ਸਾਡੇ ਖੇਤੀਬਾੜੀ ਵਿਭਾਗ ਨੇ ਰਲ ਮਿਲ ਕੇ ਇਦਾਂ ਦੀਆਂ ਤਕਨੀਕਾਂ ਦੇਤੀਆਂ, ਜੀ, ਜਿਹਦੇ ਨਾਲ ਅਸੀਂ ਹੁਣ ਇਹ ਹੈ ਕਿ ਅਸੀਂ ਝੋਨਾ ਜਿਹੜਾ ਵਾ, ਸਾਨੂੰ ਉਹ ਲੇਬਰ ਦੇ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ ਪੈਂਦੀ, ਤਾਂ ਕਿ ਅਸੀਂ ਮਸ਼ੀਨਾਂ ਦੇ ਨਾਲ ਹੀ ਝੋਨਾ ਲਾ ਸਕਦੇ ਹਾਂ ਜੀ। ਉਹਦੇ ਵਾਸਤੇ ਜਿਹੜੀਆਂ ਮਸ਼ੀਨਾਂ ਆਈਆਂ, ਉਹ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ, ਜਿੱਦਾਂ ਸਾਨੂੰ ਇੱਕ ਨਵੀਂ ਤਕਨੀਕ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਹਿ ਦਿੰਦੇ ਆ, DSR ਮਸ਼ੀਨ ਕਹਿੰਦੇ ਆ ਉਹਨੂੰ ਅਸੀਂ। ਜੀ। ਉਸ ਮਸ਼ੀਨ ਦੇ ਨਾਲ ਸਿੱਧਾ ਬਿਜਾਈ ਹੋ ਜਾਂਦੀ ਆ, ਬਿਨਾਂ ਕੱਦੂ ਕੀਤੇ ਜ਼ਮੀਨ ਦੇ ਵਿੱਚ ਸਾਨੂੰ ਕੱਦੂ ਕਰਨ ਦੀ ਲੋੜ ਨਹੀਂ ਪੈਂਦੀ। ਸਾਡਾ ਸਮਾਂ ਬਚ ਜਾਂਦਾ, ਲੇਬਰ ਬਚ ਜਾਂਦੀ ਆ, ਪੈਸੇ ਬਚ ਜਾਂਦੇ ਆ, ਪਾਣੀ ਬਚ ਜਾਂਦਾ ਸਾਡਾ। ਸਮੇਂ ਦੀ ਲੋੜ ਹੈ, ਜਿਹੜਾ ਪਾਣੀ ਬਚਣ ਵਾਲੀ ਆਪਾਂ ਗੱਲ ਇਸੇ ਤਰ੍ਹਾਂ ਹੀ ਜੇ ਕੋਈ ਬੰਦਾ ਸਾਡਾ ਵੀਰ ਕੋਈ ਇਦਾਂ ਜਾਂ ਚਾਹੁੰਦਾ ਵੀ ਮੈਂ ਇਹ ਤਕਨੀਕ ਨਹੀਂ, ਮੈਂ ਕੋਈ ਹੋਰ ਤਕਨੀਕ ਮੈਂ ਉਸੇ ਤਰ੍ਹਾਂ ਹੀ ਲਾਉਣਾ ਚਾਹੁੰਦਾ, ਵੀ ਜ਼ਮੀਨ ਕੱਦੂ ਕਰਕੇ ਹੀ ਲਾਉਣਾ ਚਾਹੁੰਦਾ, ਫਿਰ ਉਹਦੇ ਵਾਸਤੇ ਵੀ ਸਾਡੇ ਕੋਲੇ ਤਕਨੀਕਾਂ ਹੈਗੀਆਂ, ਮਸ਼ੀਨਾਂ ਹੈਗੀਆਂ, ਜਿਹਨੂੰ ਅਸੀਂ ਟਰਾਂਸਪਲਾਂਟਰ ਕਹਿ ਦਿੰਦੇ ਆ, ਪੈਡੀ ਟਰਾਂਸਪਲਾਂਟਰ। ਤੇ ਉਹ ਫਿਰ ਪੈਡੀ ਟਰਾਂਸਪਲਾਂਟਰ ਜਿਹੜੇ ਆ, ਉਹ ਜਿੱਦਾਂ ਬੰਦੇ ਦੀ ਉਂਗਲੀਆਂ ਨਾਲ ਆਪਾਂ ਪਨੀਰੀ ਲਾਉਂਦੇ ਆ ਖੇਤ ਦੇ ਵਿੱਚ, ਉਸੇ ਤਰ੍ਹਾਂ ਉਹ ਮਸ਼ੀਨ ਦੀਆਂ ਵੀ ਉਂਗਲੀਆਂ, ਆਹ ਪਟਾ ਜਿਹਾ ਜਿਹੜਾ ਚੱਲਦਾ ਰਹਿੰਦਾ, ਹਾਂ, ਉਹ ਮਸ਼ੀਨ ਆਪਣੇ ਆਪ ਹੀ ਉਂਗਲੀਆਂ ਉਹਦੇ ਵਿੱਚ ਲੱਗੀਆਂ, ਉਹ ਬੂਟੇ ਨੂੰ ਫੜ ਕੇ ਪਨੀਰੀ ਨੂੰ ਜ਼ਮੀਨ ਦੇ ਵਿੱਚ ਲਾਈ ਜਾਂਦੀਆਂ। ਨਾਲੇ ਤਾਂ ਬਿਲਕੁਲ ਲਾਈਨਾਂ ਦੇ ਵਿੱਚ ਲਾਓ, ਬਿਲਕੁਲ ਜਿਹੜਾ ਜੇ ਲਾਈਨ ਤੋਂ ਲਾਈਨ ਦਾ ਫਾਸਲਾ, ਬੂਟੇ ਤੋਂ ਬੂਟੇ ਦਾ ਫਾਸਲਾ ਬਿਲਕੁਲ ਵਧੀਆ ਰਹੂਗਾ ਇੱਕਸਾਰ। ਤੇ ਜਦੋਂ ਸਾਡੀ ਬੂਟਿਆਂ ਦੀ ਗਿਣਤੀ ਵਧੀਆ ਹੋ ਜੂਗੀ, ਪ੍ਰੋਪਰ ਹੋ ਜੂਗੀ ਪੂਰੀ, ਜਿੰਨੀ ਅਸੀਂ ਕਹਿੰਦੇ ਆ ਸਿਫਾਰਿਸ਼ ਮੁਤਾਬਕ 33 ਬੂਟੇ ਚਾਹੀਦੇ ਆ 1 ਮੀਟਰ ਸਕੁਅਰ ਦੇ ਵਿੱਚ। ਹਾਂਜੀ। ਤੇ ਜੇ ਅਸੀਂ ਆਮ ਲਾਉਂਦੇ ਆ, ਲੇਬਰ ਤੋਂ ਲਵਾਉਂਦੇ ਆ, ਤਾਂ ਸਾਡੇ 17-18 ਲੱਗਦੇ ਆ। ਤੇ ਉਹ ਬੂਟਿਆਂ ਦੀ ਗਿਣਤੀ ਘਟ ਗਈ, ਸਾਡਾ ਝਾੜ ਤੇ ਵੀ ਫਰਕ ਪੈਂਦਾ। ਉਹ ਤਾਂ ਬਹੁਤ, ਜੇ ਇਹੀ ਮਸ਼ੀਨ ਨਾਲ ਲਵਾ ਲਾਂਗੇ, ਅਸੀਂ ਪੈਡੀ ਟਰਾਂਸਪਲਾਂਟਰ ਵਰਗੀ ਮਸ਼ੀਨ ਨਾਲ ਲਵਾ ਲਾਂਗੇ, ਸਾਡੇ ਬੂਟਿਆਂ ਦੀ ਗਿਣਤੀ ਪੂਰੀ ਹੋ ਜੂ। ਖਾਦਾਂ ਤਾਂ ਅਸੀਂ ਉਨੀਆਂ ਹੀ ਪਾਉਣੀਆਂ, ਬਿਲਕੁਲ, ਜੇ ਕੋਈ ਲੋੜ ਪੈਂਦੀ ਦਵਾਈਆਂ ਵੀ ਉਨੀਆਂ ਹੀ ਪਾਉਣੀਆਂ, ਪਰ ਬੂਟੇ ਸਾਡੇ ਅੱਧੇ ਸੀਗੇ। ਹੁਣ ਜੇ ਮਸ਼ੀਨ ਨਾਲ ਲਾ ਲਾਂਗੇ ਤਾਂ ਬੂਟਿਆਂ ਦੀ ਗਿਣਤੀ ਪੂਰੀ ਹੋ ਜੂ, ਸਾਡਾ ਝਾੜ ਵੱਧ ਜੂਗਾ, ਉਨੇ ਹੀ ਪੈਸੇ ਜਿੰਨੇ ਅਸੀਂ ਖਰਚਣੇ ਸੀ ਉਨੇ ਹੀ ਪੈਸਿਆਂ ਦੇ ਨਾਲ ਸਾਨੂੰ ਵੱਧ ਉਪਜ ਮਿਲ ਜੂਗੀ। ਇਸ ਕਰਕੇ ਇਹ ਜਿਹੜੀ ਹੁਣ ਇਸ ਵੇਲੇ ਸਮੇਂ ਦੀ ਲੋੜ ਹੈ, ਜਿੱਦਾਂ ਆਪਾਂ ਝੋਨੇ ਦੀ ਸੀਜ਼ਨ ਦੀ ਮੈਂ ਗੱਲ ਕੀਤੀ ਹੈ, ਇਸ ਤਰ੍ਹਾਂ ਜਿੱਦਾਂ ਤੁਸੀਂ ਅੱਗੇ ਆਪਾਂ ਚੱਲਦੇ ਆ, ਤਾਂ ਹਰ ਫਸਲ ਦੇ ਵਾਸਤੇ ਅਸੀਂ ਨਵੀਆਂ ਤਕਨੀਕਾਂ ਲਿਆ ਰਹੇ ਹਾਂ। ਜੀ। ਹਾਂਜੀ। ਦੇਖੋ ਜੀ, ਬਹੁਤ ਵਧੀਆ ਇਹਨਾਂ ਨੇ ਗੱਲ ਦੱਸੀ ਆ। ਸਿੱਧੀ ਬਿਜਾਈ ਲਾਉਣ ਵਾਲੀ ਵੀ ਮਸ਼ੀਨ ਆ ਗਈ ਆ, ਹਨਾ, ਤੇ ਪੈਡੀ ਨੂੰ ਟਰਾਂਸਪਲਾਂਟ ਕਰਨ ਵਾਲੀ ਵੀ ਮਸ਼ੀਨ ਆ ਗਈ ਆ। ਪਰ ਗੱਲ ਇਹ ਆ ਵੀ ਉਹਦੇ ਚ ਥੋੜਾ ਜਿਹਾ ਚੱਕਰ ਜ਼ਰੂਰ ਆ, ਮਿਹਨਤ ਕਰਨੀ ਪਊ, ਪਨੀਰੀ ਬੜੀ ਢੰਗ ਨਾਲ ਲਾਉਣੀ ਪੈਣੀ ਆ। ਡਾਕਟਰ ਸਾਹਿਬ ਨੂੰ ਕਹਿ ਦਿੱਤਾ ਮਸ਼ੀਨ ਨਾਲ ਲਾਓ, ਪਰ ਉਹ ਦੇਖਿਆ ਕਈਆਂ ਨੇ ਨਾ ਬੀਜੀ ਪਨੀਰੀ ਬੜੀ ਹਿਸਾਬ ਨਾਲ ਬੀਜਣੀ ਪੈਂਦੀ ਹੈ, ਤਾਂ ਕਿ ਉਹਦੀ ਕੱਟ ਕੇ ਉਹਨੂੰ ਮਸ਼ੀਨ 'ਚ ਰੱਖਿਆ ਜਾਵੇ। ਜਵਾਨ ਸਾਹਿਬ, ਤਕਨੀਕ ਕੋਈ ਵੀ ਹੋਵੇ ਜੀ, ਉਹਦੇ ਵਿੱਚ ਸਾਵਧਾਨੀਆਂ ਰੱਖਣੀਆਂ ਪੈਣਗੀਆਂ, ਉਹਦੀ ਲੋੜ ਮੁਤਾਬਕ। ਬਿਲਕੁਲ ਜੀ, ਕੋਈ ਵੀ ਤਕਨੀਕ ਆ ਤਾਂ ਉਹਦੇ ਵਿੱਚ ਆਪਾਂ ਨੂੰ ਲੋੜ ਪੈਣੀ ਹੈ। ਹਾਂ, ਬਿਲਕੁਲ ਜੀ। ਦੇਖੋ, ਇਹਦੇ ਵਾਸਤੇ ਹੀ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਬੈਠਾ ਹੋਇਆ ਜੀ। ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਤਕਨੀਕਾਂ ਬਾਰੇ ਸਿੱਖਣਾ ਚਾਹੁੰਦਾ ਤਾਂ ਸਾਡੇ ਵਿਭਾਗ ਕੋਲ ਸੰਪਰਕ ਕਰੋ। ਬਹੁਤ ਵਧੀਆ ਗੱਲ ਇਹ ਹੈ ਜੀ। ਦੇਖੋ ਇੰਜੀਨੀਅਰ ਸਾਹਿਬ, ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ, ਤੁਸੀਂ ਮਸ਼ੀਨਾਂ ਦੱਸੀਆਂ ਉਹ ਵੀ ਬਹੁਤ ਵਧੀਆ ਨੇ,
ਝੋਨੇ ਦੀ ਲਵਾਈ ਹੁਣ ਸ਼ੁਰੂ ਹੋਣ ਵਾਲੀ ਹੈ। ਹਾਂਜੀ ਬਿਲਕੁਲ। ਝੋਨੇ ਦੀਆਂ ਮਸ਼ੀਨਾਂ ਤੁਸੀਂ ਕੁਝ ਕੁ ਤਾਂ ਦੱਸੀਆਂ, ਉਹਨਾਂ 'ਚ ਖਾਸ ਗੱਲਾਂ ਕੁਝ ਜ਼ਰੂਰ ਦੱਸੋ। ਕੁਝ ਮਸ਼ੀਨਾਂ ਵੀ ਹੋਰ ਨੇ, ਉਹ ਵੀ ਦੱਸੋ। ਲੱਕੀ ਸੀਡ ਡਰਿਲ ਵੀ ਇੱਕ ਅੱਜ ਕੱਲ ਸੁਣਿਆ ਸੀ ਕੋਈ ਇਹੋ ਜਿਹੀ ਆ ਗਈ ਹੈ। ਬਿਲਕੁਲ ਜੀ, ਬਿਲਕੁਲ। ਥੋੜਾ ਜਿਹਾ ਉਹ ਵੀ ਦੱਸੋ ਕੀ ਉਹਦਾ ਹੈ। ਮਸ਼ੀਨਾਂ ਦਾ ਜਦੋਂ ਨਾਂ ਵੀ ਰੱਖਣ ਲੱਗਦੇ ਦੀ ਗੱਲ ਕਰੀਏ ਨਾ, ਬਿਲਕੁਲ ਬਿਲਕੁਲ ਚੌਹਾਨ ਸਾਹਿਬ, ਜਦੋਂ ਮਸ਼ੀਨਾਂ ਦਾ ਹੁਣ ਤੁਸੀਂ ਗੱਲ ਕੀਤੀ, ਨਾਂ ਵੀ ਰੱਖਣ ਲੱਗਦੇ ਨਾ, ਉਹਦਾ ਨਾਂ ਵੀ ਉਦਾਂ ਜਿਹਾ ਰੱਖੋ ਵੀ ਤਾਂ ਕਿ ਪਤਾ ਲੱਗੇ ਲੱਕੀ ਸੀਡ ਡਰਿਲ ਹੈ ਆ ਵੀ ਲੱਕੀ ਹੋਊਗੀ ਬੰਦਿਆਂ ਵਾਸਤੇ। ਉਹਦਾ ਕੀ ਆ, ਜਿਹੜੀ ਮੈਂ DSR ਡਰਿਲ ਦੀ ਗੱਲ ਕੀਤੀ ਆ, ਉਹ DSR ਡਰਿਲ ਜਦੋਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ, ਬਿਨਾਂ ਕੱਦੂ ਕੀਤੇ ਕੀਤੀ ਹੁੰਦੀ ਆ, ਤਾਂ ਨਦੀਨਾਂ ਦੇ ਬਹੁਤ ਚਾਂਸ ਹੁੰਦੇ ਆ ਵੀ ਨਦੀਨ ਉੱਗੇ ਆਉਣ। ਤੇ ਕਈ ਕਿਸਾਨ ਵੀਰ ਕੀ ਹੁੰਦਾ ਵੀ ਜਦੋਂ ਬੀਜ ਲੈਂਦੇ ਆ ਤਾਂ ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਆ, ਫਿਰ ਸਪਰੇਅ ਬਹੁਤ ਕਰਨੇ ਪੈਂਦੇ ਆ, ਫਿਰ ਗੋਡੀਆਂ ਕਰਾਉਣੀਆਂ ਪੈ ਸਕਦੀਆਂ, ਹੋ ਸਕਦਾ ਖਰਚਾ ਵੱਧ ਜੇ। ਬਿਲਕੁਲ। ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਕੀ ਕੀਤਾ ਕਿ ਡਰਿਲ ਜਿਹੜੀ ਆ, ਉਹ ਡਰਿਲ ਦੇ ਉੱਪਰ ਹੀ ਪਹਿਲਾਂ ਹੀ ਸਪਰੇਅ ਵਾਲਾ ਸਿਸਟਮ ਨਾਲ ਲਾਤਾ ਵੀ ਜਦੋਂ ਡਰਿਲ ਬਿਜਾਈ ਕਰੂਗੀ, ਖੇਤ ਦੇ ਵਿੱਚ ਝੋਨੇ ਦਾ ਬੀਜ ਪਾਊਗੀ, ਨਾਲ ਹੀ ਪਿੱਛੇ ਪਿੱਛੇ ਸਪਰੇਅ ਹੋਈ ਜਾਊਗਾ। ਤੇ ਉਹ ਜਦੋਂ ਸਪਰੇਅ ਹੋ ਜਾਊਗਾ ਤਾਂ ਨਦੀਨ ਕੰਟਰੋਲ ਹੋ ਜਾਣਗੇ। ਉਹ ਜਿਹੜੀ ਸਪਰੇਅ ਵਾਲੀ ਅਟੈਚਮੈਂਟ ਉੱਤੇ ਲੱਗ ਗਈ, ਇੱਕ ਡਰਮ ਲੱਗ ਗਿਆ, ਇੱਕ ਪੰਪ ਲੱਗ ਗਿਆ, ਇੱਕ ਨੋਜ਼ਲਾਂ ਲੱਗ ਗਈਆਂ, ਜਿਹੜਾ ਸਪਰੇਅ ਕਰੀ ਜਾਂਦੀਆਂ ਨਾਲ ਹੀ ਬਿਜਾਈ ਨਾਲ ਹੀ ਸਪਰੇਅ, ਤੇ ਉਹਨੂੰ ਆਪਾਂ ਲੱਕੀ ਸੀਡਰਲ ਨਾਮ ਰੱਖਤਾ। ਇਹ ਇਸ ਤਰ੍ਹਾਂ ਇਹ ਮਸ਼ੀਨ ਬਣ ਗਈ ਤੇ ਸਾਡੀ ਸਿੱਧੀ ਬਿਜਾਈ ਹੋ ਜਾਊਗੀ। ਬਹੁਤ ਵਧੀਆ। ਦੇਖੋ ਜੀ, ਇਹ ਤਕਨੀਕ ਬਹੁਤ ਵਧੀਆ, ਕਿਉਂਕਿ ਆਪਣੇ ਨਾ ਜਿਹੜੇ 5-6 ਖੇਤ ਲਾਏ ਸੀ ਪਿਛਲੀ ਵਾਰ ਨੇ ਆਪਣੇ ਗੁਆਂਢੀ ਨੇ, ਉਹਨਾਂ ਨਦੀਨਾਂ ਦੀ ਸਮੱਸਿਆ ਬੜੀ ਆ ਗਈ ਉਹਨੂੰ। ਜੀ ਜੀ ਜੀ। ਤੇ ਹੁਣ ਸੌਖਾ ਹੋ ਜਾਊਗਾ ਕਿਉਂਕਿ ਆਹ ਲੱਕੀ ਸੀਡ ਡਰਿਲ ਆ ਗਈ ਹੈ ਨਾ, ਐਤਕੀ ਉਹ ਫਿਰ ਇਹਦੇ ਨਾਲ ਬਿਜਾਈ ਕਰ ਸਕਦਾ, ਸੌਖੀ ਹੋ ਜਾਊਗੀ। ਬਿਲਕੁਲ। ਅੱਛਾ, ਚਲੋ ਆਪਾਂ ਇਹ ਤੋਂ ਅੱਗੇ ਤਾਂ ਫੇਰ ਚੱਲਦੇ ਆਂ। ਪਹਿਲਾਂ ਕਿਸੇ ਸੱਜਣ ਦਾ ਫੋਨ ਆ ਗਿਆ, ਉਹਦਾ ਲਈ। ਬਿਲਕੁਲ। ਹੈਲੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਸਾਹਿਬ ਬੋਲਦੇ ਹੋ, ਕਿਹੜੇ ਪਿੰਡ ਤੋਂ ਬੋਲਦੇ ਹੋ? ਮੈਂ ਜੀ ਕਿੰਨੂ ਫੀਲਮਾਰ ਤੋਂ ਬੋਲਦਾ ਫਤਿਹਗੜ੍ਹ ਜੀ। ਸਵਾਲ ਪੁੱਛੋ ਜੀ। ਸਵਾਲ ਇਹ, ਮਸ਼ੀਨ ਲੈਣੀ ਹੈ ਜੀ ਆਪਣੀ ਬੀਜਣ ਵਾਲੀ। ਝੋਨਾ ਬੀਜਣ ਵਾਲੀ ਜੀ? ਸਬਸਿਡੀ ਹੈ? ਝੋਨਾ ਬੀਜਣ ਵਾਲੀ? ਹਾਂਜੀ ਜੀ। ਕਿੰਨੇ ਦੀ ਮਿਲੇਗੀ, ਕਿੰਨੇ ਦੀ ਦੋਗੇ? ਅੱਛਾ ਜੀ ਜੀ ਜੀ। ਇੰਜੀਨੀਅਰ ਸਾਹਿਬ, ਸਿੱਧਾ ਸਵਾਲ ਹੈ ਜੀ। ਸਿੱਧਾ ਹੀ ਸਵਾਲ ਹੈ ਜੀ, ਕਿੰਨੇ ਦੀ ਮਿਲੂਗੀ? ਅੱਛਾ, ਇਹ ਗੱਲ ਜਿਹੜੀ ਇਹਨਾਂ ਨੇ ਕੀਤੀ ਨਾ, ਹਾਂਜੀ, ਮੈਂ ਉਹੀ ਗੱਲ ਤੁਹਾਨੂੰ ਪੁੱਛਣ ਲੱਗਾ ਸੀ ਵੀ ਭਾਈ ਮਸ਼ੀਨਾਂ ਤਾਂ ਤੁਸੀਂ ਬਹੁਤ ਸੋਹਣੀਆਂ ਸਾਨੂੰ ਦੱਸੀ ਜਾਂਦੇ ਆ, ਹੈ ਬਿਲਕੁਲ, ਪਾਣੀ ਵੀ ਆਉਂਦਾ ਮੂੰਹ 'ਚ, ਬਿਲਕੁਲ ਜੀ, ਤੇ ਸਾਰੀਆਂ ਰੱਖ ਲਈਏ, ਹਾਂਜੀ। ਪਰ ਫੇਰ ਕਈ ਵਾਰ ਇਦਾਂ ਲੱਗਦਾ ਵੀ ਦਾੜੀ ਨਾਲੋਂ ਮੁੱਛਾਂ ਨਾਲ ਲੰਮੀਆਂ ਹੋ ਜਾਣ। ਬਿਲਕੁਲ ਬਿਲਕੁਲ। ਕਿੱਦਾਂ ਲਈਏ, ਜਦ ਕਿ ਹੁਣ ਮਸ਼ੀਨਾਂ ਦਾ ਥੋੜਾ ਜਿਹਾ ਭਾਅ ਵੀ ਠੀਕ ਆ, ਸਮੇਂ ਦੇ ਹਿਸਾਬ ਨਾਲ ਵੱਧ ਹੈ। ਬਿਲਕੁਲ, ਹਨਾ? ਤੇ ਉਹ ਕਿੱਦਾਂ ਅਸੀਂ ਉਹਨਾਂ ਨੂੰ ਲਈਏ, ਕਿੱਦਾਂ ਅਫੋਰਡ ਕਰੀਏ ਅਸੀਂ? ਨਹੀਂ, ਮੇਰੇ ਵੀਰ ਨੇ ਬਹੁਤ ਵਧੀਆ ਸਵਾਲ ਕੀਤਾ, ਕਿਸਾਨ ਵੀਰ ਨੇ। ਤੇ ਇਹ ਥੋੜਾ ਜਿਹਾ ਗੱਲ ਦੇ ਵਿੱਚ ਇਹ ਨਹੀਂ ਪੁੱਛਿਆ ਇਹਨਾਂ ਨੇ ਵੀ ਮਸ਼ੀਨ ਝੋਨਾ ਲਾਉਣ ਵਾਲੀ ਤਾਂ ਲੈਣੀ। ਮੈਂ 2 ਤਕਨੀਕਾਂ ਦੱਸੀਆਂ ਝੋਨਾ ਲਾਉਣ ਵਾਲੀਆਂ। ਹਾਂਜੀ ਹਾਂਜੀ। ਹੁਣ ਉਹ ਕਿਹੜੀ ਤਕਨੀਕ ਦੀ ਲੈਣਾ ਚਾਹੁੰਦੇ ਸੀ, ਮੈਂ ਦੋਵਾਂ ਦਾ ਹੀ ਦੱਸ ਦਿੰਦਾ। ਹਾਂ, ਇਹ ਚੰਗੀ ਗੱਲ ਆ। ਤੇ ਇੱਕ ਤਾਂ ਜਿਹੜੀ ਆਪਾਂ ਕੀਤੀ ਸੀ ਝੋਨੇ ਦੀ ਸਿੱਧੀ ਬਿਜਾਈ ਲਾਉਣ ਵਾਲੀ ਜੀ, ਠੀਕ ਹੈ ਜੀ, ਉਹ ਤਾਂ ਤਕਰੀਬਨ 60-70 ਹਜ਼ਾਰ ਰੁਪਏ ਤੋਂ ਕੀਮਤ ਸ਼ੁਰੂ ਹੋ ਜਾਂਦੀ ਹੈ। ਅੱਛਾ। ਜਿਹੜੀ ਆਹ ਲੱਕੀ ਸੀਡਰਲ ਦਾ ਆਪਾਂ ਨਾਮ ਲਿਆ, ਉਹ ਮਸ਼ੀਨ ਜਿਹੜੀ ਆ ਉਹ ਸਿੱਧੀ ਬਿਜਾਈ ਕਰਨ ਵਾਲੀ ਆ, ਉਹ 60-70 ਹਜ਼ਾਰ ਤੋਂ ਕੀਮਤ ਸ਼ੁਰੂ ਹੋ ਜਾਂਦੀ ਆ ਉਹਦੀ। ਠੀਕ ਹੈ ਜੀ। ਠੀਕ ਹੈ ਜੀ। ਉਹਦੇ ਵਿੱਚ ਅੱਗੇ ਆਪਣੀ ਕੰਪਨੀਆਂ ਦੇ ਰੇਟ ਹੁੰਦੇ ਆ, ਕੋਈ ਕੁਆਲਿਟੀ ਦਾ ਫਰਕ ਵੱਧ ਘੱਟ ਹੁੰਦਾ, ਮਾੜਾ ਮੋਟਾ ਉੱਪਰ ਥੱਲੇ ਹੋ ਜਾਂਦੇ ਰੇਟ। ਤੇ ਇਸੇ ਤਰ੍ਹਾਂ ਹੀ ਜਿਹੜੀ ਦੂਜੀ ਮਸ਼ੀਨ ਦੀ ਗੱਲ ਕੀਤੀ ਆਪਾਂ, ਵੀ ਜਿਹੜੀ ਮਸ਼ੀਨ ਸਿੱਧੀ ਜਿਹੜੀ ਆ ਪਨੀਰੀ ਲਾ ਦਿੰਦੀ ਆ ਖੇਤ ਦੇ ਵਿੱਚ, ਪੈਡੀ ਟਰਾਂਸਪਲਾਂਟਰ ਜਿਹਨੂੰ ਮੈਂ ਦੱਸਿਆ ਪਹਿਲਾਂ। ਹੁਣ ਉਹ ਪੈਡੀ ਟਰਾਂਸਪਲਾਂਟਰ ਜਿਹੜੇ ਆ, ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ, ਕੁਝ ਪਿੱਛੇ ਤੁਰਨ ਵਾਲੀਆਂ, ਕੁਝ ਉੱਤੇ ਟਰੈਕਟਰ ਵਾਂਗੂ ਸੀਟ ਲੱਗੀ ਆ ਬੈਠ ਕੇ ਚਲਾਉਣ ਵਾਲੀਆਂ। ਹੁਣ ਉਹ ਜੇ ਆਪਾਂ, ਮੈਂ ਸਾਰੀ ਦੀ ਰੇਂਜ ਦੱਸ ਦਿੰਦਾ ਵੀ ਤਕਰੀਬਨ 3 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਆ ਜਿਹੜੀ ਪਿੱਛੇ ਤੁਰਨ ਵਾਲੀ ਵੀ ਆ। ਉੱਪਰ ਨੂੰ ਜਿਹੜੀ ਆ, ਉਹ ਜਿਹੜੀ ਉੱਪਰ ਬਹਿ ਕੇ ਟਰੈਕਟਰ ਵਾਂਗੂ 4 ਪਹੀਆਂ ਵਾਲੀ ਮਸ਼ੀਨ ਆ, ਉਹ 12-13 ਲੱਖ ਰੁਪਏ ਤੱਕ ਕੀਮਤ ਚੱਲ ਜਾਂਦੀ ਹੈ। ਅੱਛਾ। ਹਾਂ, ਇਸ ਤਰ੍ਹਾਂ ਇਹ ਮਸ਼ੀਨਾਂ ਦੀਆਂ ਕੀਮਤਾਂ ਵਾ ਜਿਹੜੀਆਂ ਹੁਣ ਇਹ ਪੁੱਛਿਆ ਗਿਆ। ਨਹੀਂ, ਹਾਂ, ਤੁਸੀਂ ਗੱਲ ਉਹੀ, ਤੇ ਫੇਰ ਮੈਂ ਉੱਥੇ ਹੀ ਗੱਲ ਤੇ ਆਉਣਾ। ਤੇ ਦਾੜੀ ਨਾਲੋਂ ਮੁੱਛਾਂ ਫੇਰ ਲੰਬੀਆਂ ਕਰਤੀਆਂ, ਤੁਸੀਂ ਸਾਨੂੰ ਦੱਸੋ ਵੀ ਅਸੀਂ ਲਈਏ ਕਿੱਦਾਂ। ਹੁਣ ਆ ਗਿਆ ਤਰੀਕਾ, ਦੱਸੋ ਹੁਣ ਤਰੀਕਾ ਇਹ ਆ ਗਿਆ ਵੀ ਪਹਿਲੀ ਗੱਲ ਤਾਂ ਇਹ ਆ ਵੀ ਆਪਣੀ ਲੋੜ ਮੁਤਾਬਕ ਲੈਣੀ ਆ ਮਸ਼ੀਨ ਆਪਾਂ। ਬਿਲਕੁਲ। ਐ ਨਹੀਂ ਹੈਗਾ ਵੀ ਮੇਰੇ ਕੋਲੇ ਜੇ ਕਿੱਲੇ ਤਾਂ ਮੇਰੇ ਕੋਲੇ 2 ਆ ਤੇ ਮੈਂ ਇਦਾਂ ਜੀ ਮਸ਼ੀਨ 60-70 ਹਜ਼ਾਰ ਰੁਪਏ ਖਰਚ ਕੇ ਬਹਿ ਗਿਆ ਵੀ ਜਿਹੜੇ ਮੈਂ 2 ਕਿੱਲੇ ਲਾਉਣੇ ਆ ਤੇ 2 ਕਿੱਲੇ ਬਾਅਦ ਵਰਤ ਕੇ ਮਗਰੋਂ ਮੈਂ ਮਸ਼ੀਨ ਸਾਰਾ ਸਾਲ ਖੜੀ ਰਹਿਣੀ ਆ। ਠੀਕ ਹੈ ਨਾ? ਉਦਾਂ ਉਹ ਫਿਰ ਲੈਣ ਦਾ ਕੋਈ ਫਾਇਦਾ ਨਹੀਂ ਹੈ, ਫਿਰ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਣੀਆਂ ਹੀ ਆ। ਠੀਕ ਹੈ ਨਾ? ਹੁਣ ਉੱਥੇ ਹੱਲ ਕੀ ਆ ਆਪਣੇ ਕੋਲੇ? ਆਪਾਂ ਤਾਂ ਇਹ ਦੇਖਣਾ ਵੀ ਹੱਲ ਕੀ ਆ ਨਾ। ਹੁਣ ਹੱਲ ਇਹ ਆ ਵੀ ਜਾਂ ਤਾਂ ਆਪਾਂ ਇਹ ਕਰੀਏ ਵੀ 2 ਕਿੱਲੇ ਤਾਂ ਮੈਂ ਆਪਣੇ ਲਾਉਣੇ ਆ, ਮਸ਼ੀਨ ਵੀ ਮੈਂ ਲੈਣੀ ਆ, ਪਰ ਮਸ਼ੀਨ ਜੇ ਉਹ ਕਿੱਲਾ 100 ਕਿੱਲਾ ਕੱਢ ਸਕਦੀ ਹੈ ਇੱਕ ਸੀਜ਼ਨ 'ਚ, ਤਾਂ ਮੈਂ 100 ਕਿੱਲਾ ਚਲਾਉਣਾ ਵਾ। ਉਹ ਚਲਾਉਣਾ ਕਿਵੇਂ ਆ ਵੀ 2 ਕਿੱਲੇ ਮੈਂ ਆਪਣੇ ਕਰੂੰਗਾ, 98 ਕਿੱਲੇ ਮੈਂ ਹੋਰਾਂ ਦੇ ਕਰੂੰਗਾ, ਕਿਰਾਇਆ ਲੈ ਲੂੰਗਾ ਉਹਨਾਂ ਤੋਂ। ਬਿਲਕੁਲ, ਕਿਰਾਇਆ ਲੈ ਲਾਂਗੇ, ਫੇਰ ਹੀ ਫਾਇਦਾ ਨਾ। ਹੁਣ ਮਸ਼ੀਨ ਮੈਂ ਲਿਆ ਕੇ ਖੜੀ ਥੋੜੀ ਕਰ ਲੈਣੀ ਆ ਘਰੇ, ਫਿਰ ਤਾਂ ਆਪਾਂ ਨੂੰ ਮਹਿੰਗੀ ਪਊਗੀ ਬਹੁਤ ਜ਼ਿਆਦਾ। ਤੇ ਹੁਣ ਉਹ ਹੋ ਕੀ ਸਕਦਾ, ਜਾਂ ਤਾਂ ਇਹ ਤਰੀਕਾ ਲਾਈਏ ਵੀ ਮੈਂ ਅੱਗੇ ਕਿਰਾਏ ਤੇ ਚਲਾਉਂਗਾ। ਠੀਕ ਹੈ। ਦੂਜਾ ਤਰੀਕਾ ਇਹ ਹੋ ਸਕਦਾ
ਵੀ ਅਸੀਂ ਪਿੰਡ ਦੇ ਵਿੱਚ ਰਲ ਕੇ ਜੇ ਹੋਰ ਵੀ ਕਿਸਾਨ ਹੈਗੇ ਇਦਾਂ ਜੇ ਤਕਨੀਕ ਵਰਤਣ ਵਾਲੇ ਤਾਂ ਆਪਾਂ ਪਿੰਡ ਦੀ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ ਪਿੰਡਾਂ 'ਚ ਸਾਡੇ ਕੋਲੇ, ਉਸ ਕੋਆਪਰੇਟਿਵ ਸੁਸਾਇਟੀਆਂ ਵਾਲੇ ਦੇ ਵਿੱਚ ਉੱਥੇ ਜਾ ਕੇ ਮਸ਼ੀਨ ਖਰੀਦ ਲਾਂਗੇ। ਠੀਕ ਹੈ, ਉਹ ਵੀ ਆਪਾਂ ਉਹਦੇ ਮੈਂਬਰ ਹੁੰਦੇ ਆ, ਉੱਥੇ ਮਸ਼ੀਨ ਖਰੀਦ ਲਾਂਗੇ। ਬਿਲਕੁਲ। ਉਹ ਮਸ਼ੀਨ ਜਿਹੜੀ ਆ ਉਹ ਤੋਂ ਮੈਂ ਕਿਰਾਇਆ ਲੈ ਕੇ 2 ਕਿੱਲੇ ਆਪਣੇ ਬੀਜ ਲੂੰਗਾ, ਬਾਕੀ ਉਹ ਮਸ਼ੀਨ ਹੋਰਾਂ ਦੇ ਕਿਸਾਨਾਂ ਦੇ ਚੱਲ ਜੂਗੀ, ਨਾਲੇ ਬਾਕੀਆਂ ਦਾ ਵੀ ਫਾਇਦਾ ਹੋ ਜੂਗਾ, ਰਲ ਮਿਲ ਕੇ ਖਰੀਦੀ ਜਾਊਗੀ। ਬਿਲਕੁਲ, ਪੈਸੇ ਸਾਡੇ ਲਾਉਣ ਦੀ ਲੋੜ ਨਹੀਂ ਪੈਣੀ ਸਾਨੂੰ, ਠੀਕ ਹੈ ਨਾ, ਇਹ ਵੀ ਤਰੀਕਾ ਹੋ ਸਕਦਾ। ਜੀ ਜੀ ਜੀ। ਫਿਰ ਇਹ ਤੋਂ ਬਿਨਾਂ ਹੋਰ ਵੀ ਤਰੀਕੇ ਹੈਗੇ ਆ। ਇੱਕ ਅਸੀਂ ਕਿਸਾਨਾਂ ਵਾਸਤੇ ਇੱਕ ਨਵਾਂ ਸਕੀਮ ਸ਼ੁਰੂ ਕੀਤੀ ਆ ਵੀ ਕਿਸਾਨ ਆਪਣਾ ਗਰੁੱਪ ਹੀ ਬਣਾ ਲੈਣਾ ਜੀ, ਜਿਹਨੂੰ ਅਸੀਂ ਕਸਟਮ ਹਾਇਰਿੰਗ ਸੈਂਟਰ ਕਹਿ ਦਿੰਦੇ ਆ। ਅੱਛਾ, ਹਾਂ, ਸੇਵਾ ਕਿਸਾਨ ਸੇਵਾ ਕੇਂਦਰ ਕਹਿ ਲਓ। ਉਹਦੇ 'ਚ ਕੀ ਆ ਵੀ ਉਹਦੇ 'ਚ ਕਿਸਾਨ 5 7 8 ਕਿਸਾਨ ਇੱਕ ਗਰੁੱਪ ਬਣਾ ਲੈਣਗੇ ਆਪਣਾ, ਜਿਹੜਿਆਂ ਨੂੰ ਲੱਗਦਾ ਵੀ ਇਹ ਮਸ਼ੀਨ ਆਪਾਂ ਨੂੰ ਚਾਹੀਦੀ ਆ, ਆਪਾਂ ਸਾਰਿਆਂ ਨੇ ਵਰਤਣੀ, ਸਾਰੇ ਰਲ ਮਿਲ ਕੇ ਵਰਤਣਾ। ਬਿਲਕੁਲ ਜੀ। ਉਹ ਫਿਰ ਕਿਸਾਨਾਂ ਦਾ ਇੱਕ ਕਿਸਾਨ ਸੇਵਾ ਕੇਂਦਰ ਬਣਾ ਲਾਂਗੇ। ਇੱਕ ਤਾਂ ਅਸੀਂ ਜਿੰਨੇ ਅਸੀਂ ਮੈਂਬਰ ਆ ਆਪ ਵਰਤਾਂਗੇ ਮਸ਼ੀਨ ਨੂੰ, ਤੇ ਜੇ ਫਿਰ ਵੀ ਮਸ਼ੀਨ ਸਾਡੇ ਕੋਲੇ ਬਚੀ ਰਹਿ ਜਾਂਦੀ ਆ, ਖੜੀ ਰਹਿ ਜਾਂਦੀ ਆ, ਤਾਂ ਆਪਾਂ ਹੋਰ ਕਿਸਾਨਾਂ ਦੇ ਖੇਤਾਂ ਤੇ ਵਰਤਾਂਗੇ, ਉਹਨਾਂ ਤੋਂ ਕਿਰਾਇਆ ਲੈ ਲਾਂਗੇ। ਜਿਹੜਾ ਸਾਨੂੰ ਕੋਈ ਮੁਨਾਫਾ ਹੋਊਗਾ ਸਾਲ ਬਾਅਦ ਉਹ ਅਸੀਂ ਆਪੇ ਮੈਂਬਰ ਵੰਡ ਲਾਂਗੇ ਆਪਸ। ਜੀ ਜੀ ਜੀ। ਉਹ ਇੱਕ ਤਰ੍ਹਾਂ ਨਾਲ ਸਾਡੀ ਆਪਣੀ ਕੋਆਪਰੇਟਿਵ ਸੁਸਾਇਟੀ ਬਣ ਗਈ। ਤੇ ਇਹ ਸਾਡੇ ਕੋਲੇ ਇਹ ਤਰੀਕੇ ਆ ਵੀ ਜਿਹਦੇ ਨਾਲ ਆਪਾਂ ਮਸ਼ੀਨਾਂ ਖਰੀਦ ਕੇ ਤੇ ਆਪਾਂ ਵਰਤ ਸਕਦੇ ਆ। ਜਿਹੜਾ ਮਹਿੰਗਾ ਕੀਮਤ ਵੀ ਆ ਤਾਂ ਵੀ ਉਹ ਸਾਨੂੰ ਸਸਤੀ ਪੈ ਜੂਗੀ। ਭਾਈਚਾਰਾ ਬਣਾਉਣਾ ਪਊ। ਬਿਲਕੁਲ ਬਣਾਉਣਾ ਪਊਗਾ ਜੀ, ਬਿਲਕੁਲ ਬਿਲਕੁਲ। ਇਹ ਤਾਂ ਇਹਨਾਂ ਨੇ ਬਹੁਤ ਹੀ ਵਧੀਆ ਆਪਾਂ ਨੂੰ 3 ਢੰਗ ਦੱਸਦੇ ਹਨ। ਬਿਲਕੁਲ ਬਿਲਕੁਲ। ਸੋ ਬਹੁਤੇ ਕਿਸਾਨ ਵੀਰ ਹੈਗੇ ਵੀ ਨੇ ਆਪਣੇ ਜੀ, ਜਿਹੜੇ ਨਾ ਮਸ਼ੀਨ ਲੈ ਲੈਂਦੇ ਆ, ਉਹ ਅੱਗੇ ਕਿਰਾਏ ਤੇ ਪਾਉਂਦੇ ਆ ਤੇ ਉਹਨਾਂ ਦੀ ਮਸ਼ੀਨ ਤਾਂ ਪਹਿਲੇ ਸਾਲ ਹੀ ਫ੍ਰੀ ਹੋ ਜਾਂਦੀ ਆ। ਚਾਹੀਦੀ ਵੀ ਆ, ਹੈਗੇ ਨੇ ਕਿਸਾਨ ਵੀਰ ਇਹੋ ਜਿਹੇ, ਪਰ ਸਾਰਿਆਂ ਨੂੰ ਇੱਧਰ ਨੂੰ ਆਉਣਾ ਪਊ। ਬਿਲਕੁਲ। ਕਿਉਂਕਿ 2-2 ਕਿੱਲਿਆਂ ਮਗਰ ਮਸ਼ੀਨ ਲਈ ਕੰਮ ਨਹੀਂ ਆਉਂਦੀ, ਫਿਰ ਨਹੀਂ ਆਉਂਦੀ, ਬਹੁਤ ਔਖਾ ਆ। ਫਿਰ ਬਿਲਕੁਲ ਜੀ, ਇੰਨਾ ਭਾਰ ਝੱਲਣਾ ਬੜਾ ਔਖਾ ਆ। ਅੱਛਾ ਇੰਜੀਨੀਅਰ ਸਾਹਿਬ, ਗੱਲ ਇਹ ਆ ਵੀ ਦੇਖੋ ਮਸ਼ੀਨਾਂ ਤਾਂ ਠੀਕ ਆ, ਮਹਿੰਗੀਆਂ ਵੀ ਕਾਫੀ ਨੇ ਹਨਾ। ਹਾਂਜੀ ਬਿਲਕੁਲ। ਜੇ ਆਪਾਂ ਗੱਲ ਕਰੀਏ ਇਕੱਲਾ ਬੰਦਾ ਲੈ ਵੀ ਨਹੀਂ ਸਕਦਾ ਹਨਾ। ਜੇ ਇਕੱਲੇ ਬੰਦੇ ਨੇ ਲੈਣੀ ਹੋਵੇ ਜਾਂ ਗਰੁੱਪ ਬਣਾ ਕੇ ਲੈਣੀ ਹੋਵੇ, ਥੋੜਾ ਜਿਹਾ ਮਹਿਕਮਾ ਕੋਈ ਉਹਨਾਂ ਦੀ ਮਦਦ ਕਰਦਾ, ਥੋੜਾ ਜਿਹਾ ਇਹਦੇ ਸੰਬੰਧੀ ਸਾਨੂੰ ਜ਼ਰੂਰ ਦੱਸੋ। ਖੇਤੀਬਾੜੀ ਮਹਿਕਮਾ ਕੋਈ ਮਦਦ ਕਰਦਾ? ਬਿਲਕੁਲ ਜੀ ਬਿਲਕੁਲ। ਦੇਖੋ ਖੇਤੀਬਾੜੀ ਮਹਿਕਮਾ ਜਿਹੜਾ ਉਹ ਹੈ ਹੀ ਕਿਸਾਨਾਂ ਦੇ ਸਿਰ ਤੇ। ਅੱਛਾ ਜੀ। ਜੇ ਕਿਸਾਨ ਆ ਤਾਂ ਮਹਿਕਮਾ, ਜੀ ਠੀਕ ਹੈ ਜੀ। ਜੇ ਖੇਤੀਬਾੜੀ ਨਹੀਂ ਤਾਂ ਖੇਤੀ ਵਾਲੇ ਕਿਸਾਨ ਨਹੀਂ ਤਾਂ ਫਿਰ ਮਹਿਕਮੇ ਦਾ ਕੋਈ ਮਤਲਬ ਨਹੀਂ। ਤੇ ਮਹਿਕਮਾ ਜਿਹੜਾ ਵਾ ਉਹ ਹਰ ਤਰ੍ਹਾਂ ਨਾਲ ਮਦਦ ਕਰਦਾ ਕਿਸਾਨਾਂ ਦੀ। ਹੁਣ ਮਦਦ ਇੱਕ ਤਾਂ ਹੈਗੀ ਮਾਲੀ ਤੌਰ ਤੇ ਮਦਦ, ਉਹ ਵੀ ਮੈਂ ਦੱਸ ਦਿੰਦਾ ਤੁਹਾਨੂੰ। ਇੱਕ ਹੈਗਾ ਵੈਸੇ ਮਦਦ। ਵੈਸੇ ਮਦਦ ਦਾ ਕੀ ਮਤਲਬ ਆ ਵੀ ਕਿਸਾਨਾਂ ਦੇ ਕੋਲੇ ਮਸ਼ੀਨ ਤਾਂ ਖੜੀ ਆ, ਉਹਨੂੰ ਕੋਈ ਮੁਸ਼ਕਲ ਆ ਗਈ ਉਹਦੇ ਚਲਾਉਣ 'ਚ, ਮਸ਼ੀਨ ਠੀਕ ਨਹੀਂ ਚੱਲਦੀ ਪਈ ਉਹਦੇ ਕੋਲੋਂ, ਜਾਂ ਜਿੱਥੋਂ ਖਰੀਦੀ ਆ ਉੱਥੋਂ ਕੋਈ ਸਮੱਸਿਆ ਆ ਗਈ ਹਨਾ, ਜਾਂ ਮਸ਼ੀਨ ਦੀ ਕੋਈ ਸੈਟਿੰਗ ਨਹੀਂ ਆ ਰਹੀ। ਹੁਣ ਜੇ ਅਸੀਂ ਉਹਨੂੰ ਕਹਿੰਦੇ ਆ ਵੀ 8 ਕਿਲੋ ਬੀਜ ਪਾ ਲਓ ਕਿੱਲੇ ਦਾ, ਤੇ ਉਹ ਮਸ਼ੀਨ 5 ਕਿਲੋ ਹੀ ਪਾਉਂਦੀ ਪਈ ਜਾਂ 20 ਕਿਲੋ ਪਾਈ ਜਾਂਦੀ ਆ। ਇਹ ਵੀ ਜ਼ਰੂਰੀ ਹੈ। ਇਹ ਸਾਰਾ ਕੰਮ ਜਿਹੜਾ ਖੇਤੀਬਾੜੀ ਮਹਿਕਮਾ ਇਸੇ ਵਾਸਤੇ ਬੈਠਾ ਹੋਇਆ। ਸਾਡਾ ਖੇਤੀਬਾੜੀ ਮਹਿਕਮੇ ਦੇ ਦਫ਼ਤਰ ਚੰਡੀਗੜ੍ਹ ਵੱਡਾ ਦਫ਼ਤਰ, ਜ਼ਿਲ੍ਹੇ ਦੇ ਪੱਧਰ ਦੇ ਉੱਤੇ ਸਾਡਾ ਮੁੱਖ ਖੇਤੀਬਾੜੀ ਅਫਸਰਾਂ ਦੇ ਦਫ਼ਤਰ, ਉਹ ਤੋਂ ਥੱਲੇ ਸਾਡੇ ਬਲਾਕਾਂ ਦੇ ਦਫ਼ਤਰ, ਬਲਾਕ ਖੇਤੀਬਾੜੀ ਅਫਸਰਾਂ ਦੇ ਦਫ਼ਤਰ, ਫਿਰ ਸਾਡੇ ਅੱਗੇ ਥੱਲੇ ਬਲਾਕ ਖੇਤੀਬਾੜੀ ਅਫਸਰ ਸਰਕਲ ਪੱਧਰ ਤੇ ਫੋਕਲ ਪੁਆਇੰਟਾਂ ਤੇ। ਉਹ ਹਰ ਜਗ੍ਹਾ ਤੇ ਸਾਡਾ ਖੇਤੀਬਾੜੀ ਮਹਿਕਮਾ ਕਿਸਾਨਾਂ ਦੇ ਕੋਲੇ ਬੈਠਾ। ਤੇ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਆ ਚਲਾਉਣ ਦੇ ਵਿੱਚ, ਤਕਨੀਕੀ ਜਾਣਕਾਰੀ ਚਾਹੀਦੀ ਆ ਤਾਂ ਸਾਨੂੰ ਸੰਪਰਕ ਕਰੇ। ਸਾਡੇ ਖੇਤੀਬਾੜੀ ਦੇ ਇੰਜੀਨੀਅਰ ਜਿਹੜੇ ਆ ਉਹ ਹਰ ਜ਼ਿਲ੍ਹੇ ਦੇ ਵਿੱਚ ਹੈਗੀ ਆ ਪੋਸਟ, ਉੱਥੇ ਸੰਪਰਕ ਹੋ ਸਕਦਾ। ਹੁਣ ਇਹ ਤਾਂ ਸੀਗੀ ਵੈਸੇ ਮਦਦ ਮਸ਼ੀਨ ਬਾਰੇ। ਹੁਣ ਆ ਗਈ ਮਾਲੀ ਮਦਦ ਦੀ ਗੱਲ। ਜਿੱਦਾਂ ਆਪਾਂ ਗੱਲ ਕਰਦੇ ਵੀ ਕੀਮਤ ਬੜੀ ਜ਼ਿਆਦਾ, ਮੈਂ ਲੈਣੀ ਵੀ ਮੈਂ ਇਕੱਲਾ ਹੀ ਚਾਹੁੰਦਾ, ਫਿਰ ਕੀ ਆ ਕਿ ਫਿਰ ਸਾਡੇ ਕੋਲੇ ਕੁਝ ਸਕੀਮਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਅਸੀਂ ਕਿਸਾਨ ਦੀ ਮਾਲੀ ਮਦਦ ਕਰਦੇ ਨਾ, ਜਿਹਨੂੰ ਆਪਾਂ ਸਬਸਿਡੀ ਕਹਿ ਦਿੰਦੇ ਆ ਵੀ ਉਹ ਸਬਸਿਡੀ ਮਿਲ ਜਾਂਦੀ ਉਹਦੇ ਤੇ। ਉਹ ਸਬਸਿਡੀ ਵਾਸਤੇ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਜੀ। ਉਹ ਸਕੀਮਾਂ ਦੇ ਵਿੱਚ ਅਸੀਂ ਜਿਹੜੀ ਆ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ, ਇਕੱਲੇ ਝੋਨੇ ਵਾਲੀਆਂ ਨਹੀਂ, ਹੋਰ ਵੀ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ। ਇਹ ਆਪਾਂ ਜੇ ਅੱਗੇ ਕਹੋਗੇ ਤਾਂ ਅੱਗੇ ਮੈਂ ਸਾਰੀ ਦੱਸੋ ਥੋੜਾ ਜਿਹਾ, ਉਹੀ ਮੈਂ ਸੁਣ ਰਿਹਾ ਜੀ। ਇਹਦੇ ਵਿੱਚ ਇਸ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦਾ, ਇਹਦੇ ਚ ਕੁਝ ਅਸੀਂ ਮਸ਼ੀਨਾਂ ਨੂੰ ਕੁਝ ਅਸੀਂ ਯੋਜਨਾਵਾਂ ਬਣਾ ਲੈਂਦੇ ਆ, ਜਿਹਨੂੰ ਅਸੀਂ ਸਕੀਮਾਂ ਕਹਿ ਲੈਂਦੇ ਆ। ਸਕੀਮਾਂ ਬਣਾ ਲੈਂਦੇ ਆ ਵੀ ਆਪਾਂ ਆਹ ਮੰਤਵ ਆ ਸਾਡਾ, ਇਸ ਮੰਤਵ ਨੂੰ ਪੂਰਾ ਕਰਨ ਵਾਸਤੇ ਆਹ ਮਸ਼ੀਨਾਂ ਅਸੀਂ ਇਸ ਯੋਜਨਾ ਦੇ ਅੰਡਰ ਦਵਾਂਗੇ। ਠੀਕ ਹੈ ਨਾ ਜੀ। ਠੀਕ ਹੈ ਜੀ। ਹੁਣ ਜਿਸ ਤਰ੍ਹਾਂ ਅਸੀਂ ਇੱਕ ਕਹਿ ਦਾਂਗੇ ਅਸੀਂ ਕ੍ਰੌਪ ਡਾਇਵਰਸੀਫਿਕੇਸ਼ਨ, ਜਿਹਨੂੰ ਆਪਾਂ ਫਸਲੀ ਵਿਭਿੰਨਤਾ ਕਹਿੰਦੇ ਆ, ਵੀ ਕਣਕ ਝੋਨੇ ਤੋਂ ਥੋੜਾ ਜਿਹਾ ਕਿਸਾਨਾਂ ਨੂੰ ਹੋਰ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕਰੀ। ਡਾਕਟਰ ਸਾਹਿਬ ਇੱਥੇ ਆਪਾਂ ਵਾਪਸ ਆਉਨੇ ਆ। ਹਾਂਜੀ, ਫੋਨ ਇੱਕ ਹੋਰ ਆ ਗਿਆ। ਬਿਲਕੁਲ ਜੀ। ਹੈਲੋ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਸਾਹਿਬ ਬੋਲਦੇ ਹੋ, ਕਿਹੜੇ ਪਿੰਡ ਤੋਂ ਬੋਲਦੇ ਹੋ? ਬੋਲ ਰਹੇ ਜੀ ਬਠਿੰਡੇ ਤੋਂ। ਬਹੁਤ ਵਧੀਆ ਵਿਸ਼ਾ ਜੀ, ਮੈਂ ਸੁਣ ਰਿਹਾ। ਜੇ ਆਪਾਂ ਗੱਲ ਕਰੀਏ ਨਾ ਜੀ ਖੇਤੀ ਮਸ਼ੀਨਰੀ ਦੀ ਜਾਂ ਸਹੂਲਤਾਂ ਦੀ, ਹਾਂਜੀ, ਇਹਦੇ ਵਾਸਤੇ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਜਾਂ ਕ੍ਰਿਸ਼ੀ ਵਿਗਿਆਨ ਉਪਰਾਲੇ ਕਰਦਾ ਹੈ ਜੀ, ਬਹੁਤ ਵਧੀਆ। ਪਰ ਜੇ ਗੱਲ ਕਰੀਏ ਨਾ 2-3 ਏਕੜ ਵਾਲਾ ਜਿਹੜਾ ਕਿਸਾਨ ਆ, ਜਿੰਨੇ ਮਰਜ਼ੀ ਉਪਰਾਲੇ ਕਰੀ ਜਾਵੇ ਖੇਤੀਬਾੜੀ ਯੂਨੀਵਰਸਿਟੀ, ਪਰ ਉਹਦੇ ਹੱਥ ਪੱਲੇ ਕੁਛ ਆਉਂਦਾ ਨਹੀਂ ਜੀ। ਜਿਵੇਂ ਹੁਣ ਗਰੁੱਪ ਦੀ ਗੱਲ ਚੱਲ ਰਹੀ ਸੀ ਜੀ, ਤੇ ਉਹਦੇ 'ਚ ਗਰੁੱਪ ਬਣਾ ਕੇ ਜਿਹੜਾ ਬੰਦਾ ਗਰੁੱਪ ਬਣਾਉਂਦਾ ਇਕੱਲਾ ਹੀ ਦੱਬਾ ਮਾਰ ਲੈਂਦਾ, ਉਹ ਛੋਟੇ ਕਿਸਾਨ ਨੂੰ ਮਸ਼ੀਨਾਂ ਦਿੰਦਾ ਨਹੀਂ। ਤੇ ਦੂਜੀ ਗੱਲ ਜਿਹੜੀ ਕੋਆਪਰੇਟਿਵ, ਉਹਦੇ ਸਾਰੇ ਸੰਦ ਹੁੰਦੇ ਆ, ਉਹ ਖਰਾਬ ਖੜੇ ਰਹਿੰਦੇ ਜੀ। ਤੇ ਇਹਦਾ ਮੇਰਾ ਕਹਿਣ ਦਾ ਮਤਲਬ ਹੈ 2-3 ਏਕੜ ਵਾਲਾ ਕਿਸਾਨ ਆ ਜਿਹੜਾ, ਉਹਦਾ ਹੱਲ ਆ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ।
ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਗੱਲ ਆ ਨਾ ਬੜੀ ਜਾਇਜ਼ ਆ ਉਹ ਜੀ। ਬੜੀ ਜਾਇਜ਼ ਗੱਲ ਆ, ਔਰ ਇਹ ਉਹ ਗੱਲ ਆ ਜਿਹੜੀ ਰੋਜ਼ ਇਹਨਾਂ ਨੂੰ ਉਹ ਚੀਜ਼ ਪਿੰਡ ਦੇ ਵਿੱਚ ਸਹਿਣੀ ਪੈਂਦੀ ਹੈ। ਸਹਿਣੀ ਮੁਸ਼ਕਲ ਪੈਂਦੀ ਆਉਂਦੀ ਹੈ ਹੈ। ਜੀ, ਮੁਸ਼ਕਲ ਅਕਸਰ ਆਉਂਦੀ ਹੈ। ਚੌਧਰੀ ਕਿਸਮ ਦੇ ਲੋਕ ਜਿਹੜੇ ਆ ਨਾ ਉਹ ਕਈ ਵਾਰ ਇਦਾਂ ਕਰ ਜਾਂਦੇ ਆ। ਬਿਲਕੁਲ ਜੀ ਬਿਲਕੁਲ। ਦੇਖੋ ਇਹਨਾਂ ਦੀ ਗੱਲ ਤੋਂ ਇਹ ਲੱਗਿਆ ਵੀ ਜਿੱਦਾਂ ਕੋਈ ਗਰੁੱਪ ਬਣਿਆ ਹੋਇਆ ਤੇ ਗਰੁੱਪ ਅੱਗੇ ਮਸ਼ੀਨਾਂ ਕਿਰਾਏ ਤੇ ਨਹੀਂ ਦਿੰਦਾ, ਹੋ ਸਕਦਾ ਉਹਨਾਂ ਦੀ ਆਪਣੀ ਲੋੜ ਹੀ ਬਹੁਤ ਜ਼ਿਆਦਾ ਹੋਵੇ ਜਿਹੜੀ ਮਸ਼ੀਨ ਉਹਨਾਂ ਨੂੰ ਦੇਣ ਜੋਗਾ ਸਮਾਂ ਹੀ ਨਹੀਂ ਮਿਲਦਾ। ਠੀਕ ਹੈ ਨਾ, ਕਿਉਂਕਿ ਜੇ ਮਸ਼ੀਨ ਹੈਗੀ ਆ, ਜੇ ਉਹਨਾਂ ਨੂੰ ਕੋਈ ਆਮਦਨ ਹੁੰਦੀ ਆ ਤਾਂ ਕਾਹਤੋਂ ਨਹੀਂ ਦਊਗਾ ਅਗਲਾ। ਦੂਜਾ ਤਰੀਕਾ ਇਹ ਸੀ ਵੀ ਜਿੱਦਾਂ ਕੋਆਪਰੇਟਿਵ ਸੁਸਾਇਟੀਆਂ ਦੀ ਆਪਾਂ ਗੱਲ ਕੀਤੀ ਆ, ਉਹ ਤਾਂ ਦੇਖੋ ਉਹ ਮੈਂਬਰਾਂ ਦੀ ਸਾਂਝੀ ਹੁੰਦੀ ਆ। ਹਾਂਜੀ, ਉਹ ਸਾਂਝੀ ਮਸ਼ੀਨ ਸਾਂਝੇ ਰਲ ਕੇ ਇੱਕ ਮਤਾ ਪਾ ਕੇ ਚੀਜ਼ ਖਰੀਦਿਆ, ਕੋਈ ਵੀ ਖਰੀਦਿਆ ਵੀ ਅਸੀਂ ਆ ਸਾਂਝੇ ਤੌਰ ਤੇ ਲੈਣ ਲੱਗੇ ਆ ਮਸ਼ੀਨ। ਹੁਣ ਜੇ ਉਹ ਸਾਂਝੇ ਤੌਰ ਤੇ ਲਈ ਹੋਈ ਆ ਤਾਂ ਕੋਆਪਰੇਟਿਵ ਸੁਸਾਇਟੀ ਜਿਹੜੀ ਆ ਉਹ ਨਹੀਂ ਮਨਾ ਕਰਦੀ। ਅਸੀਂ ਤਾਂ ਖਾਸ ਤੌਰ ਤੇ ਜਿਹੜੀਆਂ ਯੋਜਨਾਵਾਂ ਬਣਾਉਂਦੇ ਆ ਉਹਨਾਂ 'ਚ ਕੋਆਪਰੇਟਿਵ ਸੁਸਾਇਟੀਆਂ ਨੂੰ ਵੀ ਸਬਸਿਡੀਆਂ ਦਿੰਨੇ ਆ, ਤੇ ਉਹ ਵੀ ਅਸੀਂ ਨਾਲ ਉਹਨਾਂ ਨੂੰ ਲਿਖਾਉਂਦੇ ਆ, ਉਹਨਾਂ ਨੂੰ ਕਹਿੰਦੇ ਆ ਵੀ ਇਹ ਹਦਾਇਤਾਂ ਹੁੰਦੀਆਂ ਸਪੈਸ਼ਲ ਵੀ ਜਿਹੜਾ ਛੋਟਾ ਕਿਸਾਨ ਆ ਉਹਨੂੰ ਪਹਿਲ ਦੇਣੀ ਆ। ਬਿਲਕੁਲ। ਜਿਹੜਾ 2 ਕਿੱਲਿਆਂ ਵਾਲਾ ਵਾ ਉਹਨੂੰ ਪਹਿਲ ਦੇਣੀ ਆ, ਜਿਹੜਾ 2.5 ਕਿੱਲੇ ਸਮਾਲ ਐਂਡ ਮਾਰਜਨਲ ਅਸੀਂ ਕਹਿ ਦਿੰਦੇ ਆ, ਛੋਟੇ ਤੇ ਸਮਾਂਤ ਕਿਸਾਨ, ਉਹਨਾਂ ਨੂੰ ਪਹਿਲ ਦੇਣੀ ਆ। ਜੇ ਫਿਰ ਵੀ ਕਿਸੇ ਵੇਲੇ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਜਾਂ ਜਿਹੜੀ ਕੋਆਪਰੇਟਿਵ ਡਿਪਾਰਟਮੈਂਟ ਹੁੰਦਾ ਉਹਨਾਂ ਦੇ ਵਿੱਚ ਸੰਪਰਕ ਕਰ ਸਕਦੇ ਹੋ ਵੀ ਕੋਈ ਆ ਸਾਨੂੰ ਸੁਸਾਇਟੀ ਦੇ ਵਿੱਚ ਸਮੱਸਿਆ ਆਉਂਦੀ। ਅੱਛਾ, ਉਹ ਉੱਥੇ ਵੀ ਜਾ ਸਕਦੇ ਆ। ਵੈਸੇ ਕੋਸ਼ਿਸ਼ ਕਰਨੀ ਚਾਹੀਦੀ ਪਿੰਡ ਪੱਧਰ ਤੇ ਇਹਦਾ ਹੱਲ ਨਿਕਲ ਜੇ। ਬਿਲਕੁਲ ਜੀ, ਹਨਾ ਜੀ। ਅੱਛਾ, ਮੈਂ ਇਹਦਾ ਸਬਸਿਡੀ ਦੀ ਗੱਲ ਕੀਤੀ ਸੀ, ਇਹਦੇ 'ਚ ਇਹ ਦੱਸੋ ਵੀ ਇਹਦਾ ਪੇਪਰ ਵਰਕ ਕਿੰਨਾ ਕੁ ਹੁੰਦਾ, ਕੰਮ ਤੋਂ ਕਾਗਜ਼ ਕਿੰਨੇ ਕੁ ਇਹ ਵੀ ਪੁੱਛ ਲਓ ਸੰਪਰਕ ਕਿੱਥੇ ਕਰੀਏ। ਸੰਪਰਕ ਤਾਂ ਕਿੰਨੇ ਕੁ। ਨਹੀਂ ਬਿਲਕੁਲ, ਇਹ ਬਹੁਤ ਵਧੀਆ ਸਵਾਲ ਆ ਤੇਜਪਾਲ ਜੀ। ਗੱਲ ਇਹ ਹੁੰਦੀ ਸੀ ਕਿ ਪਹਿਲਾਂ ਨਾ ਕੁਝ ਸਾਲ ਪਹਿਲਾਂ ਤੱਕ ਕੀ ਸੀਗਾ ਵੀ ਕਾਗਜ਼ਾਂ ਦਾ ਪੂਰਾ ਢਿੱਡ ਪੂਰਾ ਕਰਨਾ ਬਹੁਤ ਔਖਾ ਹੋ ਜਾਂਦਾ ਸੀਗਾ ਨਾ। ਫਾਈਲ ਬਣਾਉਣੀ, ਆਪਾਂ ਕਹਿੰਦੇ ਨਾ ਫਾਈਲ ਬਣਾਉਣੀ, ਫਿਰ ਫਾਈਲ ਦੇ ਵਿੱਚ ਜਿਹੜਾ ਮਰਜ਼ੀ ਆਹ ਕਾਗਜ਼ ਰਹਿ ਗਿਆ ਜੀ, ਉਹ ਰਹਿ ਗਿਆ ਜੀ, ਆਧਾਰ ਕਾਰਡ ਦੀ ਕਾਪੀ ਨਹੀਂ ਲੱਗੀ, ਫੋਟੋ ਨਹੀਂ ਲੱਗੀ, ਉਹ ਨਹੀਂ ਲੱਗੀ। ਹੁਣ ਸਾਡੇ ਖੇਤੀਬਾੜੀ ਮਹਿਕਮੇ ਨੇ ਇੱਕ ਨਵਾਂ ਹੀ ਤਰੀਕਾ ਕਰ ਲਿਆ ਜਿਹੜਾ ਕਿ ਇੰਨਾ ਸੌਖਾ ਕਰਤਾ ਵੀ ਅਸੀਂ ਕਾਗਜ਼ ਇੱਕ ਵੀ ਨਹੀਂ ਲੈਣਾ ਤੁਹਾਡੇ ਕੋਲ। ਕਾਗਜ਼ ਕਿਸੇ ਕਿਸਾਨ ਤੋਂ ਲੈਣਾ ਹੀ ਨਹੀਂ ਜੇ ਉਸ ਕਿਸੇ ਨੇ ਅਰਜ਼ੀ ਦੇਣੀ ਹੈ। ਅੱਛਾ, ਤੇ ਅਸੀਂ ਕੀ ਕਰਤਾ ਕਿ ਇਹਦੇ ਤੇ ਇੱਕ ਅਸੀਂ ਆਨਲਾਈਨ ਪੋਰਟਲ ਹੀ ਬਣਾਤਾ। ਉਹ ਪੋਰਟਲ ਹੈਗਾ agrimachinerypb.com, ਵੈਬਸਾਈਟ ਕਹਿ ਲਓ ਜਾਂ ਪੋਰਟਲ ਕਹਿ ਲਓ। ਉਹਦਾ ਨਾਮ ਮੈਂ ਦੁਬਾਰਾ ਬੋਲ ਦਿੰਦਾ, ਕਿਸਾਨ ਵੀਰ ਸੁਣਦੇ ਆ, agrimachinerypb.com। ਠੀਕ ਆ ਜੀ, ਜਿਹੜੇ ਪੜ੍ਹੇ ਲਿਖੇ ਕੰਪਿਊਟਰ ਮੋਬਾਈਲ ਹਰੇਕ ਦੀ ਜੇਬ 'ਚ ਅੱਜ ਕੱਲ੍ਹ ਜੀ, ਉੱਥੇ ਉਹ ਦੇਖ ਸਕਦੇ ਆ। ਤੇ ਉਹ ਜਿਹੜਾ ਪੋਰਟਲ ਆ, ਉਸ ਪੋਰਟਲ ਤੇ ਖੋਲਣ, ਪੋਰਟਲ ਦੇ ਉੱਤੇ ਸਾਰੀ ਅਰਜ਼ੀ ਆ ਜਾਂਦੀ ਆ, ਆਪਣਾ ਆਧਾਰ ਨੰਬਰ ਭਰਨ, ਸਾਰੀ ਡਿਟੇਲ ਆ ਜਾਂਦੀ ਆ ਕਿਸਾਨ ਦੀ, ਤੇ ਉਹਦੇ ਵਿੱਚ ਉਹ ਆਰਾਮ ਦੇ ਨਾਲ ਉੱਥੇ ਅਰਜ਼ੀਆਂ ਭਰ ਸਕਦਾ। ਮਸ਼ੀਨਾਂ ਦੇ ਨਾਮ ਉੱਥੇ ਲਿਖੇ ਪਏ ਆ, ਜਿਹੜੀ ਮਸ਼ੀਨ ਉਹਨੇ ਲੈਣੀ ਆ ਉਹਦੇ ਤੇ ਟਿਕ ਮਾਰ ਦੇਣਾ, ਤੇ ਜਦੋਂ ਬਟਨ ਦੱਬਣਾ ਵਾ ਤਾਂ ਉਹਨੂੰ ਉੱਥੇ ਐਪਲੀਕੇਸ਼ਨ ਜਮ੍ਹਾਂ ਹੋ ਜਾਣੀ ਆ, ਉਹਨੂੰ ਅਰਜ਼ੀ ਦਾ ਇੱਕ ਨੰਬਰ ਮਿਲ ਜਾਣਾ। ਗੱਲ ਇਹ ਆ ਚੌਹਾਨ ਸਾਹਿਬ, ਇਹ ਕੰਮ ਹੈਗਾ ਹੁਣ ਸੌਖਾ, ਸਿਰਫ ਇਹ ਆ ਵੀ ਥੋੜੇ ਜਿਹਾ ਜਾਗਰੂਕ ਹੋਣ ਦੀ ਲੋੜ ਆ, ਖੇਤੀਬਾੜੀ ਮਹਿਕਮੇ ਤੇ ਜਾਣਨ ਦੀ ਲੋੜ ਆ ਵੀ ਭਾਈ ਕਿਦਾਂ। ਤੇ ਇੱਕ ਚੀਜ਼ ਹੋਰ ਜਾਣਨ ਦੀ ਲੋੜ ਹੈਗੀ ਆ। ਕਿਹੜੀ? ਆ ਜਿਹੜਾ ਤੁਸੀਂ ਪਹਿਲੇ ਮਾਲਪੂੜੇ ਖਾਦੇ ਆ ਨਾ, ਇਹ ਵੀ ਜਾਣਨ ਦੀ ਲੋੜ ਆ ਵੀ ਭਾਈ ਕਦੋਂ ਕਿੰਨਾ ਕੁ ਮੀਂਹ ਪੈਂਦਾ। ਮੌਸਮ ਦੀ ਜਾਣਕਾਰੀ ਸਾਡੇ ਕੋਲ ਆਈ ਆ, ਕਹੋ ਤਾਂ ਸੁਣਾਈਏ। ਬਿਲਕੁਲ ਸੁਣਾਓ। ਅੱਜ ਜਿਹੜਾ ਤਾਪਮਾਨ ਰਿਹਾ ਜੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ, ਉਹ ਇਦਾਂ ਰਿਹਾ। ਤਾਪਮਾਨ ਜਲੰਧਰ ਵੱਧ ਤੋਂ ਵੱਧ 36 ਡਿਗਰੀ ਸੈਂਟੀਗ੍ਰੇਡ ਤੇ ਘੱਟ ਤੋਂ ਘੱਟ 25 ਡਿਗਰੀ ਜੀ। ਗੁਰਦਾਸਪੁਰ ਵੱਧ ਤੋਂ ਵੱਧ 39 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ। ਫਰੀਦਕੋਟ ਵੱਧ ਤੋਂ ਵੱਧ ਰਿਹਾ 40 ਡਿਗਰੀ ਜੀ ਤੇ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ। ਪਟਿਆਲਾ ਵੱਧ ਤੋਂ ਵੱਧ 42 ਡਿਗਰੀ ਸੈਲਸੀਅਸ ਤੇ 22.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ। ਅੰਮ੍ਰਿਤਸਰ 39.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 20.7 ਡਿਗਰੀ ਘੱਟ ਤੋਂ ਘੱਟ। ਬਠਿੰਡਾ ਵੱਧ ਤੋਂ ਵੱਧ ਰਿਹਾ ਜੀ 39.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਰਿਹਾ 20.8 ਡਿਗਰੀ ਸੈਲਸੀਅਸ। ਅੱਛਾ ਜੀ। ਤੇ ਆਉਣ ਵਾਲੇ 24 ਘੰਟਿਆਂ 'ਚ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਅਜੇ ਵੀ ਕਿਤੇ ਕਿਤੇ ਹਲਕੀ ਜਿਹੜੀ ਵਰਖਾ ਆ ਉਹ ਹੋ ਸਕਦੀ। ਠੀਕ ਆ। ਚਲੋ ਕਿਸਾਨ ਵੀਰੋ ਤੇ ਭੈਣੋ, ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਇਹਦੇ ਵਿੱਚ ਹੋਰ ਕਿਹੋ ਜਿਹੇ ਬਦਲਾਅ ਕੀਤੇ ਜਾਣ ਜਿਹਦੇ ਨਾਲ ਤੁਹਾਡੀ ਖੇਤੀਬਾੜੀ ਹੋਰ ਸੌਖੀ ਹੋ ਸਕੇ, ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ। ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ ਜਲੰਧਰ। ਪਿੰਨ ਕੋਡ ਹੈ 144001। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਉਮੀਦ ਹੈ ਕਿ ਤੁਸੀਂ ਸਾਰੇ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ। ਦੇਖੋ, ਖੁਸ਼ੀਆਂ ਖੇੜਿਆਂ ਨਾਲ ਤਾਂ ਵਸਣਾ ਹੀ ਹੈ, ਪਰ ਉਹਦੇ ਨਾਲ ਇਹਤਿਆਤ ਨਾਲ ਵੀ ਰਹਿਣਾ ਹੈ। ਤੇ ਅੱਜ ਜਿੱਦਾਂ ਇੰਜੀਨੀਅਰ ਸਾਹਿਬ ਨੇ ਸਾਨੂੰ ਦੱਸਿਆ, ਹੁਣ ਮਸ਼ੀਨੀ ਯੁੱਗ ਹੈ ਤੇ ਇਹ ਜਿਹੜਾ ਮਸ਼ੀਨਾਂ ਦੀ ਵਰਤੋਂ, ਉਹਨਾਂ ਦੀ ਸਾਂਭ ਸੰਭਾਲ ਜੇ ਆਪਾਂ ਸਮੇਂ ਨਾਲ ਕਰਾਂਗੇ ਤੇ ਸਹੀ ਤਰੀਕੇ ਨਾਲ ਕਰਾਂਗੇ
ਤੇ ਜਦੋਂ ਸਾਡੇ ਕੰਮਕਾਰ ਹੁੰਦੇ ਆ ਉਦੋਂ ਅਸੀਂ ਉਹਨਾਂ ਨੂੰ ਸਹੀ ਵਰਤੋਂ ਵਿੱਚ ਲਿਆ ਸਕਾਂਗੇ ਤੇ ਸਾਡਾ ਸਮਾਂ ਤੇ ਪੈਸੇ ਦੋਵੇਂ ਬਚਣਗੇ। ਇੰਜੀਨੀਅਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜੈ ਹਿੰਦ।